यूनिस्मार्टर ਰਾਹੀਂ ਅਸੀਂ ਸਟੂਡੈਂਟਸ ਨੂੰ ਇਹ ਮੌਕਾ ਦਿੰਦੇ ਹਾਂ ਕਿ ਉਹ ਸਟੂਡੈਂਟ ਇੱਥੇ ਆਪਣੀ ਹੋਮ ਕੰਟਰੀ ਦੇ ਵਿੱਚ ਇੰਟਰਨੈਸ਼ਨਲ ਡਿਗਰੀ, ਆਪਣੀ ਆਸਟ੍ਰੇਲੀਆ ਦੀ ਡਿਗਰੀ ਹੈ ਜਾਂ ਯੂਕੇ ਦੀ ਡਿਗਰੀ ਹੈ, ਉਹਨੂੰ ਸਟਾਰਟ ਕਰੇ। ਬੱਚਾ ਇੱਕ ਆਫਰ ਲੈਟਰ, ਯੂਨੀਸਮਾਰਟਰ ਆਫਰ ਲੈਟਰ ਲੈ ਕੇ ਉਸ ਤੋਂ ਬਾਅਦ ਡਿਸਾਈਡ ਕਰੇਗਾ ਬਾਅਦ ਵਿੱਚ ਕਿ ਮੈਂ ਕਿਹੜੀ ਯੂਨੀਵਰਸਿਟੀ 'ਚ, ਜਿਹੜੀ 8 ਯੂਨੀਵਰਸਿਟੀਜ਼ ਨੇ ਉਹਨਾਂ 'ਚੋਂ ਮੈਂ ਕਿੱਥੇ ਐਡਮਿਸ਼ਨ ਲੈਣੀ ਹੈ। ਇਹ ਹੈ ਸਰ मैं ਹੁਣ यूके ਸੀਗਾ 2 ਮਹੀਨੇ ਪਹਿਲਾਂ 18 ਸਾਲ ਹੋ ਗਏ ਬੱਚਿਆਂ ਨੂੰ ਜਿਨ੍ਹਾਂ ਨੇ ਆਪਣੇ ਮਾਪੇ ਦੀ ਸ਼ਕਲ ਨਹੀਂ ਦੇਖੀ। ਕਿਉਂਕਿ ਕਿਉਂ? ਉਹ ਬੱਚੇ ਸਟੂਡੈਂਟ ਵੀਜ਼ੇ ਤੇ ਗਏ ਸੀਗੇ, ਸਟੂਡੈਂਟ ਵੀਜ਼ੇ ਤੇ ਜਾ ਕੇ ਲੁਕਦੇ ਫਿਰਦੇ ਆ। ਹੁਣ ਇਲੀਗਲ ਹੋ ਗਏ। ਇਲੀਗਲ ਤੋਂ ਬਾਅਦ ਉਹ ਵੇਟ ਕਰ ਰਹੇ ਨੇ ਕਦੋਂ ਸਾਨੂੰ ਪੇਪਰ ਮਿਲਣਗੇ, ਕਿਉਂਕਿ ਕਿਸੇ ਨੇ ਉਹਨਾਂ ਨੂੰ ਉੱਥੇ ਗਾਈਡ ਕਰਤਾ ਵੀ 20 ਸਾਲ ਰੁਕ ਜਾਏਗਾ ਤੈਨੂੰ ਪੇਪਰ ਮਿਲ ਜਾਣਗੇ। ਬੱਚਾ ਇੱਥੇ ਪਹਿਲੇ ਦਿਨ ਜਾਂਦਾ, ਆਫਰ ਅਪਲਾਈ ਕਰਦਾ ਹੈ, ਫਿਰ ਫੰਡ ਸ਼ੋ ਕਰਾਉਂਦਾ, ਫਿਰ ਫੀਸ ਭਰਦਾ ਹੈ, GT ਕਲੀਅਰ ਕਰਦਾ ਹੈ, ਫਿਰ ਉਸ ਤੋਂ ਬਾਅਦ ਐਮਬੈਸੀ ਅਪਲਾਈ ਕਰਦਾ ਹੈ। ਇਹ ਜਿਹੜਾ 3 ਤੋਂ 4 ਮਹੀਨੇ ਟਾਈਮ ਹੈ, ਅਸੀਂ ਉਸ ਟਾਈਮ ਨੂੰ ਬੱਚੇ ਨੂੰ ਜਾਂ ਉਹਦੇ ਪੇਰੈਂਟਸ ਨੂੰ ਬੈਸਟ ਯੂਟਿਲਾਈਜ਼ ਕਰਨ ਨੂੰ ਕਹਿ ਰਹੇ ਹਾਂ। ਤਾਂ ਪੇਰੈਂਟਸ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਯੂਨੀਸਮਾਰਟਰ ਸਟੱਡੀ ਹੱਬ ਦੇ ਵਿੱਚ ਤੁਸੀਂ ਕੁਝ ਖੋ ਨਹੀਂ ਰਹੇ ਹੋ। ਇਨਫੈਕਟ ਉਹੀ ਸੇਮ ਯੂਨੀਵਰਸਿਟੀ ਜਿਹਦੇ ਵਿੱਚ ਤੁਸੀਂ ਡਾਇਰੈਕਟ ਭੇਜਣਾ ਚਾਹੁੰਦੇ ਸੀ, ਉਹੀ ਯੂਨੀਵਰਸਿਟੀਆਂ 'ਚ ਬੱਚਾ ਜਾ ਕੇ ਤੁਹਾਡਾ ਪੜ੍ਹੇਗਾ, ਬਟ ਇੱਥੋਂ ਪ੍ਰਿਪੇਅਰ ਹੋ ਕੇ ਜਾਏਗਾ। 3 ਮਹੀਨੇ ਜਿਹੜਾ ਤੁਸੀਂ ਉੱਦਾਂ ਘਰੇ ਬੈਠੇ ਗੁਜ਼ਾਰ ਦੇਣੇ ਸੀਗੇ ਵੀਜ਼ੇ ਦੇ ਇੰਤਜ਼ਾਰ ਦੇ ਵਿੱਚ, ਉਹਦੇ ਵਿੱਚ ਬੱਚਾ ਕੁਝ ਪ੍ਰੋਡਕਟਿਵ ਕਰੇਗਾ। ਹੁਣ ਉਹ ਸਮਾਂ ਨਹੀਂ ਰਿਹਾ ਜਿਹਦੇ ਵਿੱਚ ਤੁਸੀਂ ਸਿਰਫ ਇੱਕ ਕੰਸਲਟੈਂਟ ਕੋਲ ਜਾਂਦੇ ਹੋ, ਪੈਸਾ ਦਿੰਦੇ ਹੋ ਤੇ ਕਹਿੰਦੇ ਹੋ ਜੀ 10-12 ਲੱਖ ਰੁਪਏ ਹੈਗੇ ਸਾਡੇ ਕੋਲ, ਅਸੀਂ ਲਾ ਦੇਣਾ, ਸਾਨੂੰ ਬਸ ਸਾਡੇ ਬੱਚੇ ਨੂੰ ਪਹੁੰਚਾ ਦਿਓ। ਇਹ ਪਹੁੰਚਾਉਣ ਵਾਲੀ ਜਿਹੜੀ ਗੇਮਾਂ ਨਾ, ਇਹ ਬੰਦ ਹੋਣ ਦਾ ਸਮਾਂ ਆ ਗਿਆ ਹੈ। ਧੋਖੇ ਤੜੀ ਦੇ ਜਿਹੜੇ ਸ਼ਿਕਾਰ ਹੁੰਦੇ ਨੇ ਕਿ ਇਹੋ ਹੀ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਕਿ ਪਹੁੰਚਾ ਦਿਓ ਬਸ ਬਿਲਕੁਲ। ਇਹ ਗਵਰਨਮੈਂਟ ਵੱਲੋਂ ਵੀ, ਉੱਥੇ ਦੀ ਸਰਕਾਰ ਵੱਲੋਂ ਵੀ, ਉੱਥੇ ਦੀ ਯੂਨੀਵਰਸਿਟੀ ਵੱਲੋਂ ਵੀ ਇਹ ਚੀਜ਼ਾਂ ਹੁਣ ਆਉਣੀਆਂ ਸ਼ੁਰੂ ਹੋ ਗਈਆਂ। ਪੰਜਾਬ ਹਰਿਆਣਾ ਨੂੰ ਰੈੱਡ ਲਿਸਟ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪੜ੍ਹਾਉਣ ਵਾਸਤੇ ਕੋਈ ਵੀ ਪੇਰੈਂਟ ਕਿਸੇ ਵੀ ਹੱਦ ਤੱਕ ਜਾਂਦਾ ਹੈ ਬੱਚੇ ਨੂੰ ਸਕਸੈਸਫੁਲ ਕਰਨ ਲਈ, ਲੋਨ ਲੈਂਦੇ ਆ ਲੋਕੀ ਵੱਡੇ ਵੱਡੇ ਬੈਂਕਾਂ ਤੋਂ ਪੜ੍ਹਾਉਣ ਵਾਸਤੇ। ਪੂਰੇ ਇੰਡੀਆ ਦੇ ਵਿੱਚ ਇਹ ਚਰਮ ਚੱਲਦਾ ਹੈ ਕਿ ਜੇ ਤੁਸੀਂ ਬਾਹਰ ਫੋਰਨ ਐਜੂਕੇਸ਼ਨ ਦਿਵਾਉਣੀ ਹੈ ਤਾਂ ਐਜੂਕੇਸ਼ਨ ਲੋਨ ਲੈਂਦੇ ਹੋ ਤੁਸੀਂ ਬੈਂਕ ਤੋਂ। ਤਾਂ ਸੇਮ ਲੈਟਸ ਸੇ ਮੈਂ ਇਹਨੂੰ ਵੇਚਣ ਵਾਲੀ ਪ੍ਰਕਿਰਿਆ ਨੂੰ ਵੀ ਮੈਂ ਜੇ ਇਹੀ ਸੋਚ ਕੇ ਚੱਲਾਂ ਕਿ ਚਲੋ ਔਖੇ ਸੌਖੇ ਹੋ ਕੇ ਕੋਈ ਚੀਜ਼ ਤੁਸੀਂ ਕੁਰਬਾਨ ਕੀਤੀ ਹੈ ਤੇ ਉਹਦੇ ਨਾਲ ਬੱਚੇ ਨੂੰ ਪੜ੍ਹਾਉਣਾ ਚਾਹੁੰਦੇ ਹੋ, ਤਾਂ ਤੁਸੀਂ ਫਿਰ ਪੂਰੀ ਕੈਲਕੂਲੇਸ਼ਨ ਲੈ ਕੇ ਚੱਲੋ। 16-17 ਸਾਲ ਦਾ ਜਿਹੜਾ 12ਵੀਂ ਪਾਸ ਬੱਚਾ ਆ, ਤੁਸੀਂ ਉਹਦੇ ਸਿਰ ਤੇ 3 ਮਹੀਨੇ ਬਾਅਦ ਹੀ ਇਹ ਪ੍ਰੈਸ਼ਰ ਪਾ ਦੂੰਗੇ ਕਿ ਪੇਰੈਂਟਸ ਨੂੰ, ਤੇ ਪੇਰੈਂਟਸ ਨੇ ਤਾਂ ਸਾਨੂੰ ਇਹ ਕਹਿ ਕੇ ਭੇਜਿਆ ਮਾਪਿਓ ਨੇ ਕਿ ਵੀ ਮੈਂ ਤੇਰੇ ਤੇ ਪੈਸੇ ਲਾਤੇ, ਹੁਣ ਨਾ ਮੇਰੇ ਤੋਂ ਮੰਗੀ। ਤੇ ਬੱਚਾ ਉੱਥੇ ਜਾ ਕੇ ਇੱਕ ਉਹ ਨਿਆਣਾ, ਠੀਕ ਹੈ, ਜਿਹਨੂੰ ਫਿਰ 8 ਲੱਖ ਰੁਪਏ ਫੀਸ ਖੜੀ ਹੈ, ਉਹਨੇ ਕਮਾਈ ਵੀ ਕਰਨੀ, ਕੱਪੜੇ ਵੀ ਆਪ ਧੋਣੇ, ਸਭ ਕੁਝ ਆਪਣਾ ਮੈਨੇਜ ਕਰਨਾ, ਜਿਹਨੇ ਇੱਥੇ ਡੱਕਾ ਨਹੀਂ ਤੋੜਿਆ, ਉੱਥੇ ਜਾ ਕੇ ਜਦੋਂ ਇਹ ਚੀਜ਼ਾਂ ਘੁੰਮ ਰਹੀਆਂ, ਉਹ ਤੇ ਫਿਰ ਸੌਖਾ ਡਿਸੀਜਨ ਹੀ ਲਊਗਾ ਨਾ, ਛੱਡਿਆ ਖੜਾ ਯਾਰ ਅਸੀਂ ਕਮਾਈ ਵੱਲ ਜਾਈਏ, ਇੰਨੀ ਟੈਨਸ਼ਨ ਨਹੀਂ ਲੈ ਹੁੰਦੀ, ਨਾ ਹੀ ਉਹ ਇੰਨਾ ਪ੍ਰਿਪੇਅਰਡ ਹੈ। ਸੋ ਨੈਵੀਟਾਸ ਦਾ ਨਾਮ ਹੀ ਬਹੁਤ ਹੈ, ਉਹਨਾਂ ਨੂੰ ਪਤਾ ਹੈ ਕਿ ਨੈਵੀਟਾਸ ਗਰੁੱਪ ਇੱਕ ਬਹੁਤ ਵੱਡਾ ਮੰਨਿਆ ਪ੍ਰਮੰਨਿਆ ਗਰੁੱਪ ਹੈ ਜਿਹੜਾ ਇੰਟਰਨੈਸ਼ਨਲ ਐਜੂਕੇਸ਼ਨ ਤੋਂ ਅੱਜ ਤੋਂ ਨਹੀਂ 20-25 ਸਾਲਾਂ ਤੋਂ ਪ੍ਰਮੋਟ ਕਰ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ ਇਹਦੇ 7-8 ਯੂਨੀਵਰਸਿਟੀ ਪਾਰਟਨਰਸ ਹੈਗੇ ਐਂਡ ਇਹ ਸਾਰੇ ਮੇਜਰ ਗਵਰਨਮੈਂਟ ਫੰਡਡ ਯੂਨੀਵਰਸਿਟੀਜ਼ ਨੇ। ਇਹਦੇ ਵਿੱਚ ਯੂਨੀਵਰਸਿਟੀ ਦੇ ਆਫਰ ਲੈਟਰ ਦੇ ਉੱਤੇ, ਜਿਵੇਂ ਯੂਨੀਸਮਾਰਟਰ ਦਾ ਆਫਰ ਲੈਟਰ ਦੇ ਉੱਤੇ 100% ਰਿਟਨ ਕਮਿਟਮੈਂਟ ਆਉਂਦੀ ਹੈ ਕਿ ਇਨ ਕੇਸ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਆ ਤੇ ਤੁਹਾਡੀ 100% ਟਿਊਸ਼ਨ ਫੀਸ ਜਿਹੜੀ ਤੁਸੀਂ ਇੱਥੇ ਪੜ੍ਹੀ ਹੈ ਉਹ ਰਿਫੰਡ ਹੋ ਜਾਂਦੀ ਹੈ। ਸਟੂਡੈਂਟ ਦੇ ਹਰ ਇੱਕ ਇੰਟਰਸਟ ਨੂੰ ਧਿਆਨ 'ਚ ਰੱਖਦੇ ਹੋਏ ਯੂਨੀਸਮਾਰਟਰ ਪ੍ਰੋਗਰਾਮ ਡਿਜ਼ਾਈਨ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਵਿੱਚ ਯੂਨੀਸਮਾਰਟਰ ਸਟੱਡੀ ਹੱਬ ਖੋਲ੍ਹਣ ਜਾ ਰਿਹਾ। ਪੰਜਾਬ ਦੇ ਕੁੜੀਆਂ ਮੁੰਡੇ ਬਾਹਰ ਜਾਣ ਦੇ ਬਹੁਤ ਚਾਹਵਾਨ ਨੇ, ਇੰਤਜ਼ਾਰ ਰਹਿੰਦਾ ਹੈ ਕਿ ਕੋਈ ਹੱਥ ਅੱਗੇ ਵਧੇ ਜਿਹੜਾ ਸਾਨੂੰ ਸਹੀ ਤਰੀਕੇ ਨਾਲ ਬਾਹਰ ਭੇਜ ਸਕੇ। ਤਾਂ ਯੂਨੀਸਮਾਰਟਰ ਹੈਗਾ ਕੀ ਹੈ, ਗੱਲਬਾਤ ਅਸੀਂ ਸਾਂਝੀ ਕਰਦੇ ਹਾਂ। ਨੈਵੀਟਾਸ ਤੋਂ ਨਿਖਿਲ ਜੀ ਮੌਜੂਦ ਨੇ, ਸਵਾਗਤ ਹੈ ਤੁਹਾਡਾ। ਤੇ ਗਰੋਡੀਕੋ ਤੋਂ ਸੈਮ ਜੀ ਮੌਜੂਦ ਹੈ। ਸੈਮ ਜੀ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬੀ ਦੇ ਉੱਤੇ। ਲੈ ਕੇ ਕੀ ਆਏ ਨਵਾਂ, ਕੀ ਹੈ ਯੂਨੀਸਮਾਰਟਰ ਦੇ ਵਿੱਚ? ਦ ਬੈਸਟ ਪਰਸਨ ਟੂ ਇੰਟਰੋਡਿਊਸ ਯੂਨੀਸਮਾਰਟਰ ਨਿਖਿਲ ਹੈਗੇ ਨੇ ਇੱਥੇ। ਮੇਰੇ ਖਿਆਲ ਨਾਲ ਇਹ ਜ਼ਿਆਦਾ ਵਧੀਆ ਐਕਸਪਲੇਨ ਕਰਨਗੇ। ਬਿਲਕੁਲ ਮੈਂ ਚਾਹਾਂਗਾ ਨਿਖਿਲ ਜੀ ਤੁਸੀਂ ਸ਼ੁਰੂਆਤ ਕਰੋ, ਕਿਉਂਕਿ ਇੰਤਜ਼ਾਰ ਹੈ ਪੰਜਾਬ ਦੇ ਕੁੜੀਆਂ ਮੁੰਡਿਆਂ ਨੂੰ ਕਿ ਕੁਝ ਵਧੀਆ ਆਵੇ, ਤਾਂ ਤੁਸੀਂ ਕੀ ਵਧੀਆ ਲੈ ਕੇ ਆਏ? ਯੂਨੀਸਮਾਰਟਰ ਜਿਵੇਂ ਹਰ ਵਰਗ ਦੇ ਬੱਚੇ ਲਈ ਬਹੁਤ ਵਧੀਆ ਚੀਜ਼ ਹੈ ਕਿ ਜਿਹੜਾ ਬੱਚਾ 55% ਮਾਰਕਸ 'ਚ ਹੈ ਜਾਂ ਜਿਹੜਾ ਬੱਚਾ 80% ਨੰਬਰ 'ਤੇ ਹੈ, ਹਰ ਬੱਚਾ ਯੂਨੀਸਮਾਰਟਰ ਦਾ ਲਾਭ ਚੁੱਕ ਸਕਦਾ ਹੈ। ਇਹਦੀ ਫਾਰਮੇਸ਼ਨ ਜੇ ਮੈਂ ਗੱਲ ਕਰਾਂ ਥੋੜ੍ਹਾ ਪਿੱਛੇ ਜਾ ਕੇ ਜੇ ਗੱਲ ਕਰਦਾ ਯੂਨੀਸਮਾਰਟਰ ਦੀ, ਯੂਨੀਸਮਾਰਟਰ ਸਟੂਡੈਂਟਸ ਦੀ ਰਿਟੈਂਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਕਿ ਉੱਥੇ ਜਾ ਕੇ ਸਟੂਡੈਂਟਸ ਦਾ ਕਰੀਅਰ ਬਣੇ। ਬਾਹਰ ਜਿਹੜੇ ਮੁਲਕ 'ਚ ਬੱਚੇ ਨੇ ਜਾਣਾ, ਆਸਟ੍ਰੇਲੀਆ ਜਾਣਾ ਹੈ ਜਾਂ UK ਜਾਣਾ ਹੈ, ਉੱਥੇ ਜਾ ਕੇ ਸਟੂਡੈਂਟ ਆਪਣੇ ਧਿਆਨ ਤੋਂ, ਪੜ੍ਹਾਈ ਦੇ ਧਿਆਨ ਤੋਂ ਭਟਕੇ ਨਾ।
ਇੱਧਰ ਉੱਧਰ ਨਾ ਜਾਏ, ਠੀਕ ਹੈ। ਤੇ ਇਹ ਹਰ ਚੀਜ਼, ਹਰ ਫੈਕਟਰ ਨੂੰ ਧਿਆਨ 'ਚ ਰੱਖਦੇ ਯੂਨੀਸਮਾਰਟਰ ਬਣਿਆ ਸੀਗਾ। ਯੂਨੀਸਮਾਰਟਰ ਰਾਹੀਂ ਅਸੀਂ ਸਟੂਡੈਂਟਸ ਨੂੰ ਇਹ ਮੌਕਾ ਦਿੰਦੇ ਹਾਂ ਕਿ ਉਹ ਸਟੂਡੈਂਟ ਇੱਥੇ ਆਪਣੀ ਹੋਮ ਕੰਟਰੀ ਦੇ ਵਿੱਚ ਇੰਟਰਨੈਸ਼ਨਲ ਡਿਗਰੀ, ਆਪਣੀ ਆਸਟ੍ਰੇਲੀਆ ਦੀ ਡਿਗਰੀ ਹੈ ਜਾਂ ਯੂਕੇ ਦੀ ਡਿਗਰੀ ਹੈ, ਉਹਨੂੰ ਸਟਾਰਟ ਕਰੇ। 3.5 ਮਹੀਨੇ 14 ਹਫ਼ਤੇ ਬੱਚਾ ਇੱਥੇ ਲਾ ਕੇ ਪਹਿਲਾ ਸਮੈਸਟਰ ਕੰਪਲੀਟ ਕਰਕੇ ਦੂਸਰੇ ਸਮੈਸਟਰ 'ਚ ਉੱਥੇ ਐਂਟਰੀ ਲਏ। ਬੱਚੇ ਕੋਲ ਮਲਟੀਪਲ ਐਂਟਰੀ ਪ੍ਰੋਗਰਾਮ ਹੈ, ਮਲਟੀਪਲ ਯੂਨੀਵਰਸਿਟੀਜ਼ ਦਾ ਆਪਸ਼ਨ ਹੈ। ਬੱਚਾ ਇੱਕ ਆਫਰ ਲੈਟਰ, ਯੂਨੀਸਮਾਰਟਰ ਆਫਰ ਲੈਟਰ ਲੈ ਕੇ ਉਸ ਤੋਂ ਬਾਅਦ ਡਿਸਾਈਡ ਕਰੇਗਾ ਬਾਅਦ ਵਿੱਚ ਕਿ ਮੈਂ ਕਿਹੜੀ ਯੂਨੀਵਰਸਿਟੀ 'ਚ, ਜਿਹੜੀ 8 ਯੂਨੀਵਰਸਿਟੀਜ਼ ਨੇ ਉਹਨਾਂ 'ਚੋਂ ਮੈਂ ਕਿੱਥੇ ਐਡਮਿਸ਼ਨ ਲੈਣੀ ਹੈ। ਇਹ ਹੈ ਸਰ ਯੂਨੀਸਮਾਰਟ। ਅੱਛਾ ਨਿਖਿਲ ਜੀ, ਕਿੰਨੀ ਦੇਰ ਲਗਾਣੀ ਪਏਗੀ ਬੱਚਾ ਜੋ ਤੁਹਾਡੇ ਕੋਲ ਪਹੁੰਚਦਾ ਹੈ? ਉਹਦੇ ਵਾਸਤੇ ਕੀ ਆਪਸ਼ਨਾਂ, ਕਿਸ ਤਰ੍ਹਾਂ ਤੁਸੀਂ ਦੱਸੋਗੇ ਕਿਹੜੀ ਆਪਸ਼ਨ ਉਹਨੂੰ ਮਿਲੇਗੀ, ਕਿਸ ਤਰੀਕੇ ਨਾਲ ਤੁਹਾਡੇ ਕੋਲ ਪਹੁੰਚੇਗਾ ਇਹ? ਕਿਉਂਕਿ ਬੱਚੇ ਜਦੋਂ ਇੰਟਰਵਿਊ ਦੇਖਣਗੇ ਤਾਂ ਉਹ ਆਉਣਾ ਚਾਹਣਗੇ ਤੁਹਾਡੇ ਕੋਲ। ਯੂਨੀਸਮਾਰਟਰ ਜੋ ਕੋਰਸ ਹੈ, ਜਿਵੇਂ ਇਹ ਹੈ ਕਿ ਸਿਰਫ 3.5 ਮਹੀਨੇ ਦਾ, 14 ਹਫ਼ਤੇ ਟੋਟਲ ਬੱਚੇ ਨੇ ਇੰਡੀਆ ਸਪੈਂਡ ਕਰਨੇ ਨੇ, ਠੀਕ ਹੈ। ਤੇ ਇਸ ਦੇ ਵਿੱਚ ਆਸਟ੍ਰੇਲੀਆ ਦੀ 8 ਯੂਨੀਵਰਸਿਟੀਜ਼ ਨੇ, ਯੂਕੇ ਦੀ ਯੂਨੀਵਰਸਿਟੀਜ਼ ਨੇ। ਇਹ ਸਾਰੀ ਯੂਨੀਵਰਸਿਟੀਜ਼ ਦੇ ਵਿੱਚ ਬੱਚਾ ਐਡਮਿਸ਼ਨ ਲੈ ਸਕਦਾ ਹੈ ਇਸ ਤੋਂ ਬਾਅਦ, ਠੀਕ ਹੈ। ਯੂਨੀਸਮਾਰਟਰ ਇੱਥੇ ਪੜ੍ਹਨ ਤੋਂ ਬਾਅਦ ਇਹ ਆਪਸ਼ਨਸ ਅਸੀਂ ਬੱਚੇ ਨੂੰ ਯੂਨੀਸਮਾਰਟਰ ਰਾਹੀਂ ਦਿੰਦੇ ਹਾਂ। ਅੱਛਾ ਸੈਮ ਜੀ, ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਜ਼ਿਆਦਾਤਰ ਡਰ ਰਹਿੰਦਾ ਬੱਚਿਆਂ ਦੇ ਦਿਲ ਦੇ ਵਿੱਚ, ਡਰ ਰਹਿੰਦਾ ਕਿ ਪੈਸੇ ਕਿਤੇ ਅਸੀਂ ਲਗਾ ਰਹੇ ਹਾਂ, ਸਹੀ ਜਗ੍ਹਾ ਲੱਗਦੇ ਪਏ ਨੇ ਕਿ ਨਹੀਂ ਲੱਗਦੇ ਪਏ। ਪਰਿਵਾਰ ਦੇ ਦਿਲ ਦੇ ਵਿੱਚ ਰਹਿੰਦਾ, ਪਰ ਬੱਚੇ ਦੀ ਜਿੱਦ ਦੇ ਕਰਕੇ ਪਰਿਵਾਰ ਵੀ ਅਗਾਂਹ ਵੱਧਦਾ। ਪੈਸੇ ਫੜੇ ਹੁੰਦੇ ਨੇ, ਐਲੀਜੀਬਿਲਟੀ ਬੱਚੇ ਵਿੱਚ ਕਈਆਂ 'ਚ ਹੁੰਦੀ, ਕਈਆਂ 'ਚ ਨਹੀਂ ਹੁੰਦੀ। ਤਾਂ ਉਹਦੇ ਵਾਸਤੇ ਫਿਰ ਅਸੀਂ ਬੱਚਿਆਂ ਨੂੰ ਕਿਸ ਤਰੀਕੇ ਨਾਲ ਗਾਈਡ ਕਰਾਂਗੇ? ਜੀ ਬਹੁਤ ਅੱਛਾ ਸਵਾਲ ਹੈ, ਬਹੁਤ ਜ਼ਰੂਰੀ ਸਵਾਲ ਹੈ। ਕਿਉਂਕਿ ਜਨਰਲੀ ਨਾ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਜਿੱਦਾਂ ਸਰ ਦੱਸ ਰਹੇ ਸੀਗੇ ਵੀ ਪਹਿਲਾਂ 14 ਹਫ਼ਤੇ 14 ਵੀਕਸ, ਮਤਲਬ ਅਮੂਮਨ ਇਹ 3 ਮਹੀਨੇ ਹੁੰਦੇ ਆ, ਇੱਥੇ ਪੜ੍ਹਨਾ ਪਏਗਾ। ਜਿੱਦਾਂ ਹੀ ਇੱਥੇ ਪੜ੍ਹਨਾ ਪਏਗਾ ਦੀ ਗੱਲ ਹੁੰਦੀ ਹੈ, ਨਾਲ ਹੀ ਬੱਚੇ ਘਬਰਾ ਜਾਂਦੇ, ਉਹ ਇੱਥੇ ਪੜ੍ਹਨਾ ਪਏਗਾ, ਜੇ ਇੱਥੇ ਪੜ੍ਹ ਕੇ ਬਾਅਦ 'ਚ ਸਾਡਾ ਕੰਮ ਨਾ ਹੋਇਆ, ਉੱਥੇ ਵੀਜ਼ਾ ਨਾ ਮਿਲਿਆ, ਤਾਂ ਫਿਰ ਕੀ ਹੋਊਗਾ। ਪਹਿਲੀ ਚੀਜ਼ ਮੈਂ ਸ਼ੁਰੂ ਕਰਦਾ ਹਾਂ, ਆਪਾਂ ਗੱਲ ਕਰ ਰਹੇ ਹਾਂ ਨੈਵੀਟਾਸ ਗਰੁੱਪ ਦੀ, ਠੀਕ ਹੈ। ਫਸਟ ਥਿੰਗ, ਨਾਮ ਹੀ ਇਨਫ ਆ ਮੇਰੇ ਖਿਆਲ ਨਾਲ। ਜਿੰਨੇ ਵੀ ਬੱਚੇ ਆਸਟ੍ਰੇਲੀਆ ਜਾਂ ਯੂਕੇ ਜਦੋਂ ਸਰਚ ਕਰਦੇ ਹੋਣਗੇ ਜਾਂ ਜਾ ਕੇ ਪੁੱਛਦੇ ਹੋਣਗੇ ਵੱਖਰੇ ਕੰਸਲਟ ਹੁੰਦੀ ਹੋਏਗੀ ਕਿ ਅੰਮ੍ਰਿਤਸਰ ਦੇ ਵਿੱਚ ਸ਼ੁਰੂਆਤ ਹੋਣ ਦੀ। ਯੈਸ, ਸੋ ਨੈਵੀਟਾਸ ਦਾ ਨਾਮ ਹੀ ਬਹੁਤ ਹੈ। ਉਹਨਾਂ ਨੂੰ ਪਤਾ ਹੈ ਕਿ ਨੈਵੀਟਾਸ ਗਰੁੱਪ ਇੱਕ ਬਹੁਤ ਵੱਡਾ ਮੰਨਿਆ ਪ੍ਰਮੰਨਿਆ ਗਰੁੱਪ ਹੈ, ਜਿਹੜਾ ਇੰਟਰਨੈਸ਼ਨਲ ਐਜੂਕੇਸ਼ਨ ਤੋਂ ਅੱਜ ਤੋਂ ਨਹੀਂ 20-25 ਸਾਲਾਂ ਤੋਂ ਪ੍ਰਮੋਟ ਕਰ ਰਿਹਾ ਹੈ ਹੋਰ ਵੀ ਬਹੁਤ ਕੰਟਰੀਆਂ ਦੇ ਵਿੱਚ। ਆਸਟ੍ਰੇਲੀਆ ਦੇ ਵਿੱਚ ਇਹਦੇ 7-8 ਯੂਨੀਵਰਸਿਟੀ ਪਾਰਟਨਰਸ ਹੈਗੇ ਆ, ਐਂਡ ਇਹ ਸਾਰੇ ਮੇਜਰ ਗਵਰਨਮੈਂਟ ਫੰਡਡ ਯੂਨੀਵਰਸਿਟੀਜ਼ ਨੇ। ਜੇ ਮੈਂ ਨਾਮ ਲੈਣਾ ਚਾਹਾਂ ਕੁਛ, ਇੱਕ ਜਿਵੇਂ ਲਾਟਰਬ ਹੋ ਗਿਆ, ਡੇਕਨ ਹੋ ਗਿਆ, ਐਡਿਥ ਕੋਵਿਨ ਯੂਨੀਵਰਸਿਟੀ ਹੋ ਗਿਆ, ਯੂਨੀਵਰਸਿਟੀ ਆਫ ਸਦਰਨ ਆਸਟ੍ਰੇਲੀਆ ਹੋ ਗਿਆ। ਸੋ ਇਹ ਸਾਰੀਆਂ ਟੌਪ ਯੂਨੀਵਰਸਿਟੀਜ਼ ਨੇ। ਸੇਮ ਗੋਜ਼ ਵਿਦ ਯੂਕੇ ਐਜ਼ ਵੈਲ। ਉੱਥੇ ਬਰੂਨੇਲ ਯੂਨੀਵਰਸਿਟੀ ਹੈ, ਪੋਰਟਸਮਾਊਥ ਹੈ, ਇੱਦਾਂ ਦੀ ਯੂਨੀਵਰਸਿਟੀਜ਼ ਨੇ ਜਿਹੜੇ ਆਪਾਂ ਪੰਜਾਬੀ 'ਚ ਕਹਿੰਦੇ ਨਾ ਸਰਕਾਰੀ ਯੂਨੀਵਰਸਿਟੀਆਂ। ਸੋ ਪਹਿਲੀ ਚੀਜ਼ ਇਹ ਡਰ ਕਿ ਬਈ ਅਸੀਂ ਕੋਈ ਸ਼ਾਇਦ ਕਿਸੇ ਪ੍ਰਾਈਵੇਟ ਕਾਲਜ ਦੇ ਚੁੰਗਲ 'ਚ ਤਾਂ ਨਹੀਂ ਫਸ ਜਾਵਾਂਗੇ, ਉਹ ਬਿਲਕੁਲ ਗਲਤ ਹੈ। ਬਿਲਕੁਲ ਤੁਹਾਨੂੰ ਨਿਸ਼ਚਿੰਤ ਹੋ ਕੇ ਮੈਂ ਆਪਣੇ 100% ਦਾਅਵੇ ਨਾਲ ਕਹਿੰਦਾ ਕਿ ਤੁਸੀਂ ਯੂਨੀਵਰਸਿਟੀ ਦੀ ਸਟੱਡੀ ਕਰਨ ਜਾਓਗੇ। ਦੂਸਰੀ ਚੀਜ਼, ਜਿਹੜਾ ਰਿਸਕ, ਇੱਥੇ ਬਹਿ ਕੇ ਅਸੀਂ 3 ਮਹੀਨੇ 'ਚ ਪੜ੍ਹਾਈ ਕੀਤੀ ਤੇ ਕੀ ਹੋਊਗਾ, ਇਹਦੇ ਵਿੱਚ ਯੂਨੀਵਰਸਿਟੀ ਦੇ ਆਫਰ ਲੈਟਰ ਦੇ ਉੱਤੇ, ਜਿੰਨੇ ਯੂਨੀਸਮਾਰਟਰ ਦਾ ਆਫਰ ਲੈਟਰ ਦੇ ਉੱਤੇ 100% ਰਿਟਨ ਕਮਿਟਮੈਂਟ ਆਉਂਦੀ ਹੈ ਕਿ ਇਨ ਕੇਸ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਆ ਤੇ ਤੁਹਾਡੀ 100% ਟਿਊਸ਼ਨ ਫੀਸ ਜਿਹੜੀ ਤੁਸੀਂ ਇੱਥੇ ਪੜ੍ਹੀ ਹੈ ਉਹ ਰਿਫੰਡ ਹੋ ਜਾਂਦੀ ਹੈ। ਸੋ ਇਹ ਇੱਕ ਵਿਨ ਸਿਚੁਏਸ਼ਨ ਹੈ ਸਟੂਡੈਂਟ ਵਾਸਤੇ। ਸਟੂਡੈਂਟ ਦੇ ਹਰ ਇੱਕ ਇੰਟਰਸਟ ਨੂੰ ਧਿਆਨ 'ਚ ਰੱਖਦੇ ਹੋਏ ਯੂਨੀਸਮਾਰਟਰ ਪ੍ਰੋਗਰਾਮ ਡਿਜ਼ਾਈਨ ਕੀਤਾ ਗਿਆ ਹੈ। ਐਂਡ ਇਹ ਤਾਂ ਚਲੋ ਉੱਪਰਲੀਆਂ ਗੱਲਾਂ, ਜਿਹੜੀ ਬੱਚੇ ਨੂੰ ਪਤਾ ਹੈ ਵੀ ਮੇਰੇ ਲਈ ਇਹ ਜ਼ਰੂਰੀ ਗੱਲਾਂ ਹੈਗੀਆਂ, ਫੀਸ ਰਿਫੰਡ ਹੁੰਦਾ ਨਹੀਂ ਹੁੰਦਾ, ਬਹੁਤ ਸਾਰੀ ਇਹੋ ਜਿਹੀ ਬੈਨੀਫਿਟਸ ਨੇ ਜਿਹੜੇ ਬੈਕ ਐਂਡ ਤੇ ਹੈਗੀਆਂ ਨੇ, ਜਿਹੜੀ ਮੈਂ ਚਾਹਾਂਗਾ ਕਿ ਪੇਰੈਂਟਸ ਵੀ ਸਮਝਣ ਇਸ ਚੀਜ਼ ਨੂੰ। ਜਨਰਲੀ ਜਦੋਂ ਤੁਸੀਂ ਕਿਸੇ ਕੰਸਲਟੈਂਟ ਕੋਲ ਜਾਂਦੇ ਹੋ ਵੀਜ਼ਾ ਲਵਾਉਣ ਲਈ, ਜਨਰਲੀ ਇਹ ਵੀਜ਼ਾ ਦਾ ਪ੍ਰੋਸੈਸ ਅੱਜ ਦੀ ਡੇਟ ਦੇ ਵਿੱਚ ਤੇ ਹੋਰ ਲੰਬਾ ਹੋ ਗਿਆ। ਅਦਰਵਾਈਜ਼ 3 ਮਹੀਨੇ 4 ਮਹੀਨੇ ਲੱਗਦੇ ਆ ਨਾਰਮਲ ਪ੍ਰੋਸੈਸ ਦੇ ਵਿੱਚ, ਭਾਵੇਂ ਉਹ ਯੂਕੇ ਦਾ ਪ੍ਰੋਸੈਸ ਹੈ, ਭਾਵੇਂ ਆਸਟ੍ਰੇਲੀਆ ਦਾ ਪ੍ਰੋਸੈਸ ਹੈ। ਬੱਚਾ ਇੱਥੇ ਪਹਿਲੇ ਦਿਨ ਜਾਂਦਾ, ਆਫਰ ਅਪਲਾਈ ਕਰਦਾ, ਫਿਰ ਫੰਡ ਸ਼ੋ ਕਰਾਉਂਦਾ, ਫਿਰ ਫੀਸ ਭਰਦਾ, GT ਕਲੀਅਰ ਕਰਦਾ, ਫਿਰ ਉਸ ਤੋਂ ਬਾਅਦ ਐਮਬੈਸੀ ਅਪਲਾਈ ਕਰਦਾ। ਇਹ ਜਿਹੜਾ 3 ਤੋਂ 4 ਮਹੀਨੇ ਟਾਈਮ ਹੈ, ਅਸੀਂ ਉਸ ਟਾਈਮ ਨੂੰ ਬੱਚੇ ਨੂੰ ਜਾਂ ਉਹਦੇ ਪੇਰੈਂਟਸ ਨੂੰ ਬੈਸਟ ਯੂਟਿਲਾਈਜ਼ ਕਰਨ ਨੂੰ ਕਹਿ ਰਹੇ ਹਾਂ। ਅਦਰਵਾਈਜ਼ ਕੀ ਹੈ, ਬੱਚਾ ਘਰੇ ਬੈਠੇ ਹਰ ਦੂਸਰੇ ਦਿਨ ਘੜੀ ਮੁੜੀ, ਹਾਂਜੀ ਮੇਰੀ ਆਫਰ ਆਈ ਨਹੀਂ ਆਈ, ਮੈਂ ਕਦੋਂ ਜਾਵਾਂਗਾ। ਬੱਚਿਆਂ ਲਈ, ਪੇਰੈਂਟਸ ਲਈ ਵੀ ਇੱਕ ਤਰ੍ਹਾਂ ਦੀ ਸਿਰਦਰਦੀ ਹੁੰਦੀ ਹੈ ਨਾ। ਸੋ ਉਸ ਟਾਈਮ ਬੱਚੇ ਨੂੰ ਬੈਸਟ ਇੰਗੇਜ ਕੀਤਾ ਜਾ ਸਕਦਾ ਹੈ। ਉਹਨੂੰ ਯੂਨੀਵਰਸਿਟੀ ਦੀ ਉੱਥੇ ਜਾ ਕੇ ਜਿਹੜੀ ਪੜ੍ਹਾਈ ਹੋਣੀ ਹੈ ਤੇ ਉਸ ਪੜ੍ਹਾਈ ਦੇ ਵਿੱਚ ਜਿਹੜੇ ਟਰਬਲਸ ਆਣੇ ਆ, ਟਰਬਲਸ ਬਾਰੇ ਮੈਂ ਹੋਰ ਬਿਕਾਜ਼ ਨਿਖਿਲ ਜੀ ਜ਼ਿਆਦਾ ਵਧੀਆ ਦੱਸ ਪਾਉਣਗੇ ਕਿ ਉੱਥੇ ਜਾ ਕੇ ਜਦੋਂ ਬੱਚਾ ਇੱਕਦਮ ਇੰਡੀਅਨ ਐਜੂਕੇਸ਼ਨ ਤੋਂ ਉੱਥੇ ਦੀ ਐਜੂਕੇਸ਼ਨ ਜਾਂਦਾ ਹੈ ਤਾਂ ਉਹਨੂੰ ਕੀ ਦਿੱਕਤਾਂ ਆਉਂਦੀਆਂ, ਉਹ ਦਿੱਕਤ ਨਹੀਂ ਆਏਗੀ। ਨਿਖਿਲ ਜੀ, ਅੰਗਰੇਜ਼ੀ ਇੱਕ ਹਊਆ ਬਣ ਗਈ ਹੋਈ ਆ। ਜਦੋਂ ਕਿਸੇ ਬੱਚੇ ਨੇ ਬਾਹਰ ਜਾਣਾ, ਪੈਸੇ ਢੇਰ ਫੜਿਆ ਹੁੰਦਾ ਤਾਂ ਪਰਿਵਾਰ ਨੇ, ਬੜੇ ਸਾਡੇ ਲੜਕੇ ਲੜਕੀਆਂ ਨੌਜਵਾਨ ਨੇ ਜਿਹੜੇ ਕਿ ਉਹਨਾਂ ਦੇ ਪਰਿਵਾਰ ਵੱਲੋਂ ਪੈਸੇ ਬਹੁਤ ਫੜੇ ਹੁੰਦੇ, ਪਰ ਬੱਚੇ ਵਾਸਤੇ ਅੰਗਰੇਜ਼ੀ ਹਊਆ ਬਣ ਜਾਂਦੀ ਹੈ। ਉਹ ਹਊਆ ਕਿਸ ਤਰ੍ਹਾਂ ਦਿਲ ਦੇ ਵਿੱਚੋਂ ਨਿਕਲ ਸਕਦਾ ਬੱਚੇ?
ਦੇਖੋ ਇਹਦੇ ਵਿੱਚ ਜਿਵੇਂ ਬੱਚੇ ਨੇ ਇੱਥੋਂ ਆਪਣੀ ਸਟੱਡੀ ਸਟਾਰਟ ਕੀਤੀ, ਇਹ ਹਾਈਬ੍ਰਿਡ ਪ੍ਰੋਗਰਾਮ ਹੈ ਜਿਸ ਦੇ ਵਿੱਚ ਬੱਚਾ ਇੱਥੇ ਬੈਠ ਕੇ ਉੱਥੇ ਦੀ ਸਟੱਡੀ ਕਰ ਰਿਹਾ। ਉੱਥੋਂ ਜਿਹੜਾ ਫੈਕਲਟੀ ਹੈ, ਜੋ ਪ੍ਰੋਫੈਸਰ ਹੈ, ਉਹ ਆਨਲਾਈਨ ਬੱਚੇ ਨੂੰ ਪੜ੍ਹਾ ਰਿਹਾ। ਬੱਚੇ ਦੇ ਅੱਗੇ ਸਕਰੀਨ ਹੈ, ਲੇਕਿਨ ਜਿਹੜੀ ਭਾਸ਼ਾ ਉਹ ਬੋਲਦਾ ਪਿਆ ਉਹ ਇੰਗਲਿਸ਼ ਹੈ। ਠੀਕ ਹੈ, ਬੱਚੇ ਨੂੰ ਅੰਗਰੇਜ਼ੀ ਸੁਧਾਰਨ 'ਚ ਬਹੁਤ ਮਦਦ ਹੁੰਦੀ ਹੈ। ਬੱਚਾ ਹੁਣ ਇੱਕ ਦੋ ਐਗਜ਼ਾਮਪਲ ਦੇਣਾ, ਮੈਂ ਐਜ਼ ਅ ਸਟੂਡੈਂਟ ਅਗਰ ਚਲਾ ਗਿਆ ਉੱਥੇ, ਮੈਨੂੰ ਨਹੀਂ ਪਤਾ, ਮੈਂ ਪੈਸੇ ਸੀਗੇ, ਮੈਂ ਪੈਸੇ ਦੇ ਕੇ ਮੈਂ ਚਲਾ ਗਿਆ, ਮੈਨੂੰ ਵੀਜ਼ਾ ਮਿਲ ਗਿਆ, ਮੈਂ ਗਿਆ, ਲੇਕਿਨ ਮੈਨੂੰ ਉੱਥੇ ਦਾ ਤੌਰ ਤਰੀਕਾ ਨਹੀਂ ਪਤਾ, ਮੈਨੂੰ ਉੱਥੇ ਦੀ ਅੰਗਰੇਜ਼ੀ ਦਾ ਨਹੀਂ ਪਤਾ, ਉੱਥੇ ਮੈਂ ਗੱਲ ਕਿਵੇਂ ਕਰਨੀ ਹੈ, ਮੈਨੂੰ ਇਹ ਨਹੀਂ ਪਤਾ ਮੈਂ ਆਪਣੀ ਪੜ੍ਹਾਈ ਕਿਵੇਂ ਕਰਨੀ ਹੈ, ਬਿਕੋਜ਼ ਮੈਂ ਇੱਕ ਨਵੇਂ ਕਲਚਰ 'ਚ ਆਇਆ। ਆਪਣੀ ਜਿੱਥੇ ਮੈਂ ਸਾਰੀ ਬਚਪਨ ਤੋਂ ਲੈ ਕੇ ਹੁਣ ਤੱਕ ਟਾਈਮ ਗੁਜ਼ਾਰਿਆ ਹੈ, ਉਹ ਟਾਈਮ ਗੁਜ਼ਾਰ ਕੇ ਇੰਡੀਆ ਤੋਂ ਮੈਂ ਆਸਟ੍ਰੇਲੀਆ UK ਆਇਆ। ਐਜੂਕੇਸ਼ਨ ਸਿਸਟਮ 'ਚ ਫਰਕ ਹੈ, ਤੇ ਉਹ ਐਜੂਕੇਸ਼ਨ ਸਿਸਟਮ ਜਦੋਂ ਚੇਂਜ ਹੋ ਰਿਹਾ ਹੈ, ਉਹ ਪ੍ਰੋਸੈਸ ਤੁਹਾਨੂੰ ਇਹ 3.5 ਮਹੀਨੇ 'ਚ ਪਤਾ ਚੱਲ ਰਿਹਾ। ਬੱਚੇ ਨੂੰ ਇਹ ਪਤਾ ਹੈ ਕਿ ਮੈਂ ਉੱਥੇ ਜਾ ਕੇ ਪੜ੍ਹਨਾ ਕਿਵੇਂ ਹੈ। ਅੰਗਰੇਜ਼ੀ ਦੀ ਗੱਲ ਕਰਾਂ, ਬੱਚੇ ਨੂੰ ਅੰਗਰੇਜ਼ੀ ਸੁਧਾਰਨ ਦਾ ਪੂਰਾ ਮੌਕਾ 3.5 ਮਹੀਨੇ 'ਚ ਮਿਲਦਾ ਹੈ। ਮੈਂ ਨਹੀਂ ਕਹਿੰਦਾ ਬੱਚੇ ਦੇ ਅਪ ਟੂ ਮਾਰਕ ਹੋ ਜਾਂਦੀ ਹੈ, ਨਹੀਂ, ਬਟ ਬੱਚੇ ਦੀ ਇੰਨੀ ਅੰਗਰੇਜ਼ੀ ਹੋ ਜਾਂਦੀ ਹੈ, ਉੱਥੇ ਦੇ ਪ੍ਰੋਫੈਸਰ ਨੂੰ ਸਮਝਦਾ ਹੈ, ਉੱਥੇ ਜਾ ਕੇ ਉਹ ਕਮਿਊਨੀਕੇਟ ਕਰ ਸਕਦਾ, ਆਪਣੇ ਲੋਕਾਂ ਨਾਲ ਗੱਲ ਕਰ ਸਕਦਾ, ਡਰ ਦੂਰ ਹੁੰਦਾ ਉਹਦਾ। ਯਾਨੀ ਜਦੋਂ ਆਪਣੇ ਆਪ ਨੂੰ ਢਾਲ ਦਿੰਦਾ ਹੈ, ਜਦੋਂ ਉੱਥੇ ਚਲਾ ਜਾਂਦਾ, ਇੱਕ ਡਰ ਵਾ ਜਿਹੜਾ ਨਿਕਲ ਜਾਂਦਾ, ਉਸ ਤੋਂ ਬਾਅਦ ਜਦੋਂ ਉਧਰ ਚਲਾ ਜਾਂਦਾ ਤੇ ਉਹ ਭਾਸ਼ਾ ਇੱਕ ਅਪਣਾ ਲੈਂਦਾ, ਉਹਨੂੰ ਪਤਾ ਲੱਗ ਜਾਂਦਾ ਕਿ ਇਹ ਹੀ ਮੇਰੀ ਭਾਸ਼ਾ। ਬਿਲਕੁਲ ਠੀਕ, ਬਿਲਕੁਲ ਠੀਕ। ਉਹਦੀ ਭਾਸ਼ਾ ਤੇ ਉਦੋਂ ਬਹੁਤ ਫਰਕ ਪੈਂਦਾ ਹੈ। ਉਸ ਤੋਂ ਬਾਅਦ ਬੱਚੇ ਨੂੰ ਉੱਥੇ ਦਾ ਕਲਚਰ, ਐਜੂਕੇਸ਼ਨ ਸਿਸਟਮ, ਮੈਂ ਉੱਥੇ ਕਿਵੇਂ ਸਰਵਾਈਵ ਕਰਨਾ, ਹਰ ਚੀਜ਼ ਦਾ ਓਵਰਵਿਊ ਇੱਥੋਂ ਹੀ ਬੱਚੇ ਨੂੰ ਮਿਲਦਾ ਹੈ। ਇਸ ਕਰਕੇ ਜਦੋਂ ਬੱਚਾ ਉੱਥੇ ਪਹੁੰਚਦਾ ਹੈ, ਉਹਦੇ ਲਈ ਉਹ ਇਨਵਾਇਰਨਮੈਂਟ ਪਹਿਲਾਂ ਹੀ ਤਿਆਰ ਹੁੰਦਾ ਹੈ ਕਿ ਉੱਥੇ ਮੈਂ ਇਸ ਇਨਵਾਇਰਨਮੈਂਟ 'ਚ ਜਾ ਕੇ ਪੜ੍ਹਨਾ ਹੈ। ਸੈਮ ਜੀ, ਜਿਸ ਤਰੀਕੇ ਦੇ ਨਾਲ ਹਰ ਕੋਈ ਬੱਚਾ ਸੋਚਦਾ ਕਿ ਮੈਂ ਅਮਰੀਕਾ ਚਲ ਜਾ, ਕੈਨੇਡਾ ਚਲ ਜਾ, ਵੱਖ-ਵੱਖ ਤਰੀਕੇ ਦੀ ਕੰਟਰੀ ਸੋਚ ਕੇ ਬੈਠਾ ਹੁੰਦਾ ਹੈ, ਪਰ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕਿ ਐਲੀਜੀਬਿਲਟੀ ਨਹੀਂ ਹੁੰਦੀ ਬੱਚੇ ਦੇ ਵਿੱਚ, ਤਾਂ ਫਿਰ ਕਿੰਨੇ ਬੈਂਡ ਹੋਣੇ ਚਾਹੀਦੇ ਨੇ ਜਿਹਦੇ ਨਾਲ ਬੱਚਾ ਸੋਚ ਕੇ ਉਹਦੇ ਮਾਈਂਡ ਦੇ ਵਿੱਚ ਰਹੇ ਕਿ ਨਹੀਂ ਮੇਰੇ ਇੰਨੇ ਬੈਂਡ ਨੇ, ਜਾਂ ਫਿਰ ਮੈਂ ਇੱਥੋਂ ਤੱਕ ਹੀ ਜਾ ਸਕਦਾ, ਇਸੇ ਕੰਟਰੀ 'ਚ ਪੈ ਸਕਦਾ ਮੈਂ, ਤਾਂ ਉਹ ਕਿਸ ਤਰੀਕੇ ਨਾਲ ਸੀ? ਦੇਖੋ, ਜਨਰਲੀ ਜੇ ਮੈਂ ਯੂਨੀ ਸਮਾਰਟਰ ਸਟੱਡੀ ਹਬ ਪ੍ਰੋਗਰਾਮ ਦੀ ਗੱਲ ਕਰਾਂ ਨਾ, ਇਹਦੇ ਵਿੱਚ ਇੱਕ ਇਹ ਬਹੁਤ ਇੱਕ ਬੈਨੀਫਿਟ ਹੈ ਹੀ ਹੈ ਇੱਕ ਐਵਰੇਜ ਸਟੂਡੈਂਟਸ ਲਈ ਵੀ, ਜਿਹੜੇ ਯੂਨੀਵਰਸਿਟੀ ਦੇ ਸਟੱਡੀ ਲਈ ਡਾਇਰੈਕਟ ਕੁਆਲੀਫਾਈ ਨਹੀਂ ਹੋ ਪਾ ਰਹੇ। ਯੂਨੀ ਸਮਾਰਟਰ ਸਟੱਡੀ ਹਬ ਦੇ ਵਿੱਚ ਐਂਟਰੀ ਕ੍ਰਾਈਟੇਰੀਆ +2 ਵਾਲੇ ਬੱਚਿਆਂ ਲਈ ਜਿਹੜੇ 2021-22 ਪਾਸ ਆਊਟ ਨੇ, ਐਵਰੇਜ ਪਰਸੈਂਟੇਜ ਹੈ ਲਾਈਕ 55% ਮਾਰਕਸ ਨੇ। ਅਦਰਵਾਈਜ਼ ਜੇ ਮੈਂ ਗੱਲ ਕਰਾਂ ਲਾਟਰੋ ਬਲੇਕਿਨ ਵਰਗੀ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ 65% ਤੋਂ ਉੱਤੇ ਮਾਰਕਸ ਚਾਹੀਦੇ ਜੇ ਡਾਇਰੈਕਟ ਐਂਟਰੀ ਲੈਣੀ ਹੈ। 6 ਬੈਂਡ 6.5 ਬੈਂਡ ਚਾਹੀਦੇ ਹੁੰਦੇ ਬੈਚਲਰ ਡਿਗਰੀ ਲਈ, ਬਟ ਯੂਨੀ ਸਮਾਰਟਰ ਸਟੱਡੀ ਹਬ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਜਿਹੜੀ 8 ਯੂਨੀਵਰਸਿਟੀਆਂ ਦੇ ਆਪਸ਼ਨ ਹੈ। ਆਸਟ੍ਰੇਲੀਆ 'ਚ ਸਪੈਸ਼ਲੀ 5.5 ਬੈਂਡ ਦੇ ਨਾਲ ਵੀ ਐਂਟਰੀ ਮਿਲ ਰਹੀ ਹੈ। 55% ਜੇ ਤੁਹਾਡੇ +2 'ਚ ਹੈਗੇ ਆ ਤਾਂ ਵੀ ਤੁਹਾਨੂੰ ਐਂਟਰੀ ਮਿਲ ਰਹੀ ਹੈ। ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਸਿਰਫ 5.5 ਬੈਂਡ ਵਾਲਿਆਂ ਲਈ ਹੀ ਅੱਛੀ ਆਪਸ਼ਨ ਹੈ। ਮੈਂ ਕਹਿੰਦਾ ਜਿਹਦੇ ਡਾਇਰੈਕਟ 6.5-7 ਬੈਂਡ ਵਾਲੇ ਬੱਚੇ ਵੀ ਨੇ, ਜਿਹੜੇ ਅੱਛੇ ਕੁਆਲੀਫਾਈਡ ਬੱਚੇ ਨੇ, ਉਹਨਾਂ ਨੂੰ ਵੀ ਯੂਨੀ ਸਮਾਰਟਰ ਦੇ ਥਰੂ ਜਾਣ ਦਾ ਬੈਨੀਫਿਟ ਹੈ, ਤੇ ਮੈਂ ਰეკਮੈਂਡ ਕਰਾਂਗਾ ਕਿ ਯੂਨੀ ਸਮਾਰਟਰ ਦੇ ਥਰੂ ਹੀ ਜਾਣ, ਕਿਉਂਕਿ ਇਹਦੇ ਬਹੁਤ ਸਾਰੇ ਕਾਰਨ ਹੈ। ਜਿੱਦਾਂ ਸਭ ਤੋਂ ਪਹਿਲਾ ਕਾਰਨ ਨਿਖਿਲ ਜੀ ਦੱਸ ਰਹੇ ਸੀ ਕਿ ਇੱਕ ਜਿਹੜਾ ਕਲਚਰਲ ਸ਼ੌਕ ਜਾ ਕੇ ਲੱਗਦਾ ਨਾ ਉੱਥੇ ਬੱਚੇ ਨੂੰ, ਕਿ ਇੱਕ ਤਾਂ ਐਜੂਕੇਸ਼ਨ ਸਿਸਟਮ ਇੱਕਦਮ ਚੇਂਜ ਹੋ ਜਾਂਦਾ ਹੈ, ਉਹ ਸ਼ੌਕ ਨਹੀਂ ਲੱਗੇਗਾ ਕਿ ਯਾਰ ਮੈਂ ਤਾਂ ਇੱਥੇ ਪੂਰੇ ਸਾਲ ਪੜ੍ਹਦਾ ਸੀਗਾ ਤੇ ਇੱਕ ਐਗਜ਼ਾਮ ਦੇਣਾ ਹੁੰਦਾ ਸੀ, ਬਸ ਫਿਰ ਪਾਸ ਹੋ ਜਾਂਦੇ ਸੀ। ਇਹ ਅਸਾਈਨਮੈਂਟ ਸਿਸਟਮ ਕੀ ਹੈ, ਆ ਵੀ ਰਿਸਰਚ ਵਰਕ ਕਿਵੇਂ ਕਰਨੀ ਹੈ ਨਾ, ਤੁਹਾਡੇ ਰੈਫਰੈਂਸਿੰਗ ਕਿਵੇਂ ਕਰਨੀ ਹੈ, ਕਿਉਂਕਿ ਜਾਂਦੇ ਉੱਥੇ ਸਾਡੇ ਕੋਲ ਡੇਟਾ ਆਉਂਦਾ ਯੂਨੀਵਰਸਿਟੀ ਤੋਂ। ਪੰਜਾਬ ਹਰਿਆਣੇ ਦੇ ਸਪੈਸ਼ਲੀ ਬੱਚੇ ਨਾ ਜਿਹੜੇ ਜ਼ਿਆਦਾਤਰ ਮੋਡਿਊਲ 'ਚ ਪਹਿਲੇ ਸਮੈਸਟਰ ਦੇ ਵਿੱਚ ਜਾ ਕੇ ਫੇਲ ਹੁੰਦੇ ਨੇ, ਜਿਹੜੇ ਡਾਇਰੈਕਟ ਪੜ੍ਹਨ ਚਾਹੁੰਦੇ ਆ। ਇਹ ਆਮੂਮਨ ਇਹ ਡੇਟਾ ਜਨਰਲੀ ਕੰਸਲਟੈਂਟ ਦੱਸਦੇ ਨਹੀਂ ਉੱਥੇ ਕੀ ਹਾਲਾਤ ਹੈ। ਤਾਂ ਪੇਰੈਂਟਸ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਯੂਨੀ ਸਮਾਰਟਰ ਸਟੱਡੀ ਹਬ ਦੇ ਵਿੱਚ ਤੁਸੀਂ ਕੁਝ ਖੋ ਨਹੀਂ ਰਹੇ ਹੋ। ਇਨਫੈਕਟ ਉਹੀ ਸੇਮ ਯੂਨੀਵਰਸਿਟੀ ਜਿਹਦੇ ਵਿੱਚ ਤੁਸੀਂ ਡਾਇਰੈਕਟ ਭੇਜਣਾ ਚਾਹੁੰਦੇ ਸੀ, ਉਹੀ ਯੂਨੀਵਰਸਿਟੀਆਂ 'ਚ ਬੱਚਾ ਜਾ ਕੇ ਤੁਹਾਡਾ ਪੜ੍ਹੇਗਾ, ਬਟ ਇੱਥੋਂ ਪ੍ਰਿਪੇਅਰ ਹੋ ਕੇ ਜਾਏਗਾ। 3 ਮਹੀਨੇ ਜਿਹੜਾ ਤੁਸੀਂ ਉੱਦਾਂ ਘਰੇ ਬੈਠੇ ਗੁਜ਼ਾਰ ਦੇਣੇ ਸੀਗੇ ਵੀਜ਼ੇ ਦੇ ਇੰਤਜ਼ਾਰ ਦੇ ਵਿੱਚ, ਉਹਦੇ ਵਿੱਚ ਬੱਚਾ ਕੁਝ ਪ੍ਰੋਡਕਟਿਵ ਕਰੇਗਾ, ਸਿੱਖੇਗਾ, ਆਪਣੇ ਆਪ ਨੂੰ ਲਾਇਕ ਬਣਾਏਗਾ, ਉੱਥੇ ਜਾ ਕੇ ਉਹਨੂੰ ਕਲਚਰਲ ਸ਼ੌਕ ਨਹੀਂ ਲੱਗੇਗਾ। ਤੇ ਕੁਝ ਇੱਕ ਇਹੋ ਜਿਹੀ ਸੱਚਾਈਆਂ ਜਿਹੜੀ ਮੈਂ ਥੋੜਾ ਜਿਹਾ ਐਡ ਜ਼ਰੂਰ ਕਰਨਾ ਚਾਹੂੰਗਾ, ਭਾਵੇਂ ਥੋੜੀ ਜਿਹੀ ਚੁੱਭਣਗੀਆਂ ਪੇਰੈਂਟਸ ਨੂੰ, ਬਟ ਇਹ ਸੱਚਾਈ ਹੈ। ਹੁਣ ਉਹ ਸਮਾਂ ਨਹੀਂ ਰਿਹਾ ਜਿਹਦੇ ਵਿੱਚ ਤੁਸੀਂ ਸਿਰਫ ਇੱਕ ਕੰਸਲਟੈਂਟ ਕੋਲ ਜਾਂਦੇ ਹੋ, ਪੈਸਾ ਦਿੰਦੇ ਹੋ ਤੇ ਕਹਿੰਦੇ ਹੋ ਜੀ 10-12 ਲੱਖ ਰੁਪਏ ਹੈਗੇ ਸਾਡੇ ਕੋਲ, ਅਸੀਂ ਲਾ ਦੇਣਾ, ਸਾਨੂੰ ਬਸ ਸਾਡੇ ਬੱਚੇ ਨੂੰ ਪਹੁੰਚਾ ਦਿਓ। ਇਹ ਪਹੁੰਚਾਉਣ ਵਾਲੀ ਜਿਹੜੀ ਗੇਮਾਂ ਨਾ, ਇਹ ਬੰਦ ਹੋਣ ਦਾ ਸਮਾਂ ਆ ਗਿਆ ਹੈ। ਮੇਰਾ ਇਹੋ ਹੀ ਸਵਾਲ ਸੀ ਅਗਲਾ ਕਿ ਧੋਖੇ ਤੜੀ ਦੇ ਜਿਹੜੇ ਸ਼ਿਕਾਰ ਹੁੰਦੇ ਨੇ, ਕਿ ਇਹੋ ਹੀ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਕਿ ਪਹੁੰਚਾ ਦਿਓ ਬਸ? ਬਿਲਕੁਲ ਇਹ ਗਵਰਨਮੈਂਟ ਵੱਲੋਂ ਵੀ, ਉੱਥੇ ਦੀ ਸਰਕਾਰ ਵੱਲੋਂ ਵੀ, ਉੱਥੇ ਦੀ ਯੂਨੀਵਰਸਿਟੀ ਵੱਲੋਂ ਵੀ ਇਹ ਚੀਜ਼ਾਂ ਹੁਣ ਆਉਣੀਆਂ ਸ਼ੁਰੂ ਹੋ ਗਈਆਂ। ਪੰਜਾਬ ਹਰਿਆਣਾ ਨੂੰ ਰੈੱਡ ਲਿਸਟ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਹੈ। ਰੈੱਡ ਲਿਸਟ ਮਤਲਬ ਉਹਨਾਂ ਨੇ ਆਲਰੇਡੀ ਬਾਇਕਾਟ ਕਰਨਾ ਸ਼ੁਰੂ ਕਰ ਦਿੱਤਾ ਵੀ ਅਸੀਂ ਪੰਜਾਬ ਹਰਿਆਣੇ ਤੋਂ ਬੱਚੇ ਨਹੀਂ ਲੈਣੇ ਜੀ। ਇਹਦਾ ਕੀ ਕਾਰਨ ਹੈ? ਕਿਉਂਕਿ ਸਾਡਾ ਬੱਚਾ ਵੀਜ਼ਾ ਪ੍ਰੋਬਲਮ ਨਹੀਂ, ਵੀਜ਼ਾ ਮਿਲ ਰਿਹਾ ਸੀ, ਪਿੱਛੇ ਬੱਚੇ ਗਏ ਨੇ ਉੱਥੇ, ਪਰ ਵੀਜ਼ਾ ਮਿਲਣ ਤੋਂ ਬਾਅਦ ਦਾ ਜਿਹੜਾ ਐਪੀਸੋਡ ਹੈ ਨਾ, ਉੱਥੇ ਦੀ ਕਹਾਣੀ ਹੈ ਨਾ, ਉਹ
ਅਸੀਂ ਨਹੀਂ ਸਮਝ ਪਾ ਰਹੇ। ਉੱਥੇ ਦੇ ਜਦੋਂ ਰਿਪੋਰਟਾਂ ਆਉਂਦੀਆਂ ਬੱਚੇ ਜਾ ਕੇ ਜੀ ਪੜ੍ਹਦੇ ਨਹੀਂ ਹੈ ਉੱਥੇ, ਜਾਂ 90% ਸਟੂਡੈਂਟ ਬੈਚਲਰ ਡਿਗਰੀ ਦਾ ਜਿਹੜਾ ਕਰਨ ਜਾਂਦਾ ਹੈ ਉਹ ਬੱਚਾ 6 ਮਹੀਨੇ ਸਾਲ ਬਾਅਦ ਡ੍ਰੌਪ ਆਊਟ ਹੋ ਜਾਂਦਾ ਹੈ, ਪੜ੍ਹਾਈ ਛੱਡ ਦਿੰਦਾ ਹੈ, ਇਲੀਗਲ ਹੋ ਜਾਂਦਾ ਹੈ। ਸੋ ਜੈਨੂਇਨ ਬੱਚੇ ਚਾਹੀਦੇ ਉਹਨਾਂ ਨੂੰ। ਆਉਣ ਵਾਲੇ ਸਮਾਂ ਦੇ ਵਿੱਚ ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਹਰਿਆਣਾ ਤੋਂ ਸਟੂਡੈਂਟ ਜੈਨੂਇਨ ਸਟੂਡੈਂਟ, ਇਹਦੇ ਨਾਲ ਕੀ ਹੋਊਗਾ ਜੇ ਉਹ ਬੰਦ ਕਰ ਦੇਣਗੇ ਇਦਾਂ ਰੈੱਡ ਅਲਰਟ ਕਰਕੇ ਜਾਂ ਰੈੱਡ ਲਾਈਨ ਰੈੱਡ ਏਰੀਆ ਡਿਸਾਈਡ ਕਰਕੇ, ਜਿਹੜੇ ਜੈਨੂਇਨ ਬੱਚੇ ਜਾਣਾ ਚਾਹੁੰਦੇ ਆ ਪੜ੍ਹਨ ਲਈ ਉਹਨਾਂ ਦਾ ਵੀ ਰਸਤਾ ਬੰਦ ਕਰ ਰਹੇ ਹਾਂ ਆਪਾਂ। ਸੋ ਹੁਣ ਜੈਨੂਇਨਿਟੀ ਦਾ ਮਤਲਬ ਸਿਰਫ ਇਹ ਨਹੀਂ ਕਿ ਸਾਡੇ 6-7 ਬੈਂਡ ਅਕੈਡਮਿਕਲੀ ਜੈਨੂਇਨ ਹੈ, ਪੜ੍ਹਾਈ ਬਹੁਤ ਅੱਛੀ ਹੈ। ਜੈਨੂਇਨ ਬੱਚਾ ਉਹ ਹੈ ਜਿਹੜਾ ਉੱਥੇ ਜਾ ਕੇ ਸਟੱਡੀ ਕੰਪਲੀਟ ਕਰੂਗਾ। ਸੋ ਯੂਨੀਵਰਸਿਟੀਆਂ ਦੀ ਸਟੱਡੀ ਕੰਪਲੀਟ ਜੇ ਕਰਨੀ ਹੈ ਤੇ ਜਨਰਲੀ ਇੱਥੇ ਜਿਹੜਾ ਚੈਲੰਜ ਆਉਂਦਾ ਪੇਰੈਂਟਸ ਨੂੰ, ਉਹ ਆਉਂਦਾ ਹੈ ਅਫੋਰਡੇਬਿਲਿਟੀ ਨੂੰ ਲੈ ਕੇ ਕਿ ਪੈਸਾ ਅਫੋਰਡ ਨਹੀਂ ਹੋ ਰਿਹਾ। ਅਸੀਂ ਐਜ਼ ਅ ਯੂਨੀ ਸਮਾਰਟਰ ਸਟੱਡੀ ਹਬ ਉਹਨਾਂ ਦੀ ਇਹੀ ਮਦਦ ਕਰ ਰਹੇ ਹਾਂ ਕਿ ਤੁਸੀਂ ਯੂਨੀਵਰਸਿਟੀ ਦੀ ਸਟੱਡੀ 'ਚ ਜਾਓ, ਇੱਕ ਚੰਗੀ ਸਟੱਡੀ 'ਚ ਜਾਓ, ਉੱਥੇ ਜਿੰਨਾ ਅਸੀਂ ਤੁਹਾਨੂੰ ਵਾਅਦਾ ਕਰਾ ਸਕਦੇ ਹਾਂ ਫੀਸ ਦੇ ਵਿੱਚ, ਸਕਾਲਰਸ਼ਿਪ ਦਿਵਾਉਣ ਦੇ ਵਿੱਚ, ਉਹ ਯੂਨੀ ਸਮਾਰਟਰ ਸਟੱਡੀ ਹਬ ਦੇ ਥਰੂ ਕਰਾਵਾਂਗੇ। ਜਿਹੜਾ ਝਾਕਾ ਇੱਕ ਬੱਚੇ ਨੂੰ ਰਹਿੰਦਾ ਹੈ ਕਿ ਇੱਕ ਯੂਨੀਵਰਸਿਟੀ ਜਾ ਕੇ ਅਸੀਂ ਉਹ ਫੇਲ ਨਾ ਹੋਵੇ, ਉੱਥੇ ਜਾ ਕੇ ਸਮੈਸਟਰਾਂ ਦੇ ਵਿੱਚ ਰਹਿ ਨਾ ਜਾਵੇ, ਉਹਦੇ ਨਾਲ ਉਹਨੂੰ ਡੀਮੋਰਲਾਈਜੇਸ਼ਨ ਨਾ ਹੋਵੇ, ਉਹ ਕਹੇ ਫਿਰ ਫੇਲ ਹੋ ਗਿਆ ਛੱਡੋ ਯਾਰ ਪੜ੍ਹਾਈ ਆਪਾਂ ਜੌਬ ਕਰਦੇ, ਉਹ ਦਿਮਾਗ 'ਚ ਨਾ ਆਵੇ, ਗਲਤ ਪਾਸੇ ਗਾਈਡ ਨਾ ਹੋਵੇ। ਤੇ ਅੱਧਾ ਧੜਕੂ ਤੇ ਉਹੀ ਡਰ ਉਹਨੂੰ ਸਤਾਉਂਦਾ ਰਹਿੰਦਾ ਕਿ ਪਤਾ ਨਹੀਂ ਕੀ ਬਣਨਾ ਵਾ ਅੱਗੇ ਜਾ ਕੇ। ਯੈਸ ਸੋ ਉਹ ਚੀਜ਼ ਹਟਾਉਣ ਵਾਸਤੇ ਯੂਨੀ ਸਮਾਰਟਰ ਇੱਕ ਬਹੁਤ ਵੱਡਾ ਨਵਾਂ ਉਪਰਾਲਾ ਹੈ। ਮੇਰੇ ਖਿਆਲ ਨਾਲ ਆਉਣ ਵਾਲੇ ਸਮਾਂ ਦੇ ਵਿੱਚ ਇਦਾਂ ਦੇ ਉਪਰਾਲੇ ਹੋਰ ਵੀ ਹੋਣਗੇ ਤੇ ਦੇਖਿਓ ਤੁਸੀਂ, ਇਹ ਚੀਜ਼ ਪੰਜਾਬ ਹਰਿਆਣਾ ਨੂੰ ਹੋਰ ਜ਼ਿਆਦਾ ਮੋਟੀਵੇਟ ਕਰੇਗੀ ਕਿ ਬੱਚਿਆਂ ਨੂੰ ਇੱਥੋਂ ਹੀ ਸਿਰਫ ਵੀਜ਼ੇ ਤੱਕ ਨਹੀਂ, ਕੰਸਲਟੈਂਟ ਦੀ ਇਹ ਜ਼ਿੰਮੇਵਾਰੀ ਹੈ ਹੁਣ ਕਿ ਕੱਲਾ ਵੀਜ਼ਾ ਲਵਾਉਣਾ ਹੀ ਨਹੀਂ ਹੈ, ਉੱਥੇ ਭੇਜ ਕੇ ਬੱਚੇ ਨੂੰ 3 ਸਾਲ ਜਦ ਤੱਕ ਉਹ ਪੜ੍ਹੇਗਾ ਉੱਥੇ, ਸਪੈਸ਼ਲੀ ਟੀਨੇਜ ਬੱਚਾ ਜਿਹੜਾ +2 ਤੋਂ ਬਾਅਦ ਇੱਕ ਕੱਚੀ ਉਮਰ ਦਾ ਹੁੰਦਾ ਨਾ, ਉਹਨੂੰ ਪੰਜਾਬ ਤੋਂ ਬਾਹਰ ਉਹ ਪਹਿਲੀ ਵਾਰੀ ਜਾ ਰਿਹਾ, ਉਹਨੂੰ ਜਿੱਧਰ ਨੂੰ ਮੋੜ ਦੋਗੇ ਉੱਧਰ ਮੁੜ ਜਾਂਦਾ ਉਹ। ਉੱਥੇ ਜਾ ਕੇ ਜੇ ਇੱਕ ਪਾਸੇ ਗਲਤ ਗਾਈਡ ਮਿਲ ਗਿਆ, ਉਹਨੇ ਪੜ੍ਹਾਈ ਛੱਡ ਕੇ ਆਪਣੇ ਕੰਮ ਤੇ ਲੱਗ ਜਾਣਾ। ਇੱਥੋਂ ਪੇਰੈਂਟਸ ਦਾ ਪ੍ਰੈਸ਼ਰ ਆਉਂਦਾ ਜੀ ਤੂੰ ਐਨਸੀਨ ਨੇ ਪੈਸੇ ਲਾ ਕੇ ਭੇਜੇ, ਹੁਣ ਭਰਪਾਈ ਕਰ, ਵਾਪਸੀ ਕਰ, ਵਾਪਸ ਕਦੋਂ ਦੇਂਗਾ। ਉਹ ਚੀਜ਼ਾਂ ਨੂੰ ਹੁਣ ਸਾਨੂੰ ਖਤਮ ਕਰਨਾ ਪੈਣਾ ਹੈ। ਈਵਨ ਐਜ਼ ਅ ਯੂਨੀ ਸਮਾਰਟਰ ਸਟੱਡੀ ਹਬ ਰਿਪਰੈਜ਼ੈਂਟੇਟਿਵ ਅਸੀਂ ਵੀ ਸਿਰਫ ਉਹੀ ਪੇਰੈਂਟਸ ਨੂੰ ਅਪੀਲ ਕਰ ਰਹੇ ਹਾਂ, ਬੱਚਿਆਂ ਨੂੰ ਅਪੀਲ ਕਰ ਰਹੇ ਹਾਂ ਜਿਹੜੇ ਬੱਚਿਆਂ ਨੂੰ ਭੇਜ ਕੇ ਪੜਾਉਣਾ ਚਾਹੁੰਦੇ ਆ। ਪਹਿਲਾਂ ਸੈਟਲਮੈਂਟ ਨੋ ਡਾਊਟ ਸਾਰਿਆਂ ਦੀ ਇਹ ਇੱਛਾ ਹੁੰਦੀ ਹੈ ਬੱਚਾ ਸਾਡਾ ਜਾਵੇ ਤੇ ਉੱਥੇ ਜਾ ਕੇ ਸੈਟਲ ਹੋ ਜਾਏ, ਨੋ ਡਾਊਟ, ਬਟ ਪਹਿਲਾਂ ਵਕਣ ਨਹੀਂ ਰਿਹਾ ਹੁਣ ਕਿ ਸਿਰਫ ਤੁਸੀਂ ਬਾਰਡਰ ਪਾਰ ਕਰਾਤਾ ਤੇ ਉਹ ਸੈਟਲ ਹੋ ਜਾਊਗਾ। ਹੁਣ ਜਾ ਕੇ ਉੱਥੇ ਉਹਨੂੰ ਪੜ੍ਹਨਾ ਵੀ ਪੈਣਾ ਹੈ, ਪੜ੍ਹਨ ਤੋਂ ਬਾਅਦ ਇੱਕ ਅੱਛੀ ਜੌਬ ਲੈਣੀ ਪੈਣੀ ਹੈ, ਜੌਬ ਲੈਣ ਤੋਂ ਬਾਅਦ PR ਦੇ ਪੁਆਇੰਟ ਬਣਾਉਣੇ ਪੈਣੇ ਆ, ਤੇ ਪਹਿਲੀ ਪੌੜੀ ਜਿਹੜੀ ਹੈ ਸਟੱਡੀ ਕੰਪਲੀਸ਼ਨ ਹੈ। ਕਹਿਣ ਦਾ ਮਤਲਬ ਕਿ ਅਸੀਂ ਜੇ ਐਕਟਿਵ ਸਮਝਦੇ ਆਪਣੇ ਆਪ ਨੂੰ ਤੇ ਜਿਹੜੇ ਦੇਸ਼ 'ਚ ਭੇਜਣਾ ਉਹ ਬਹੁਤ ਜ਼ਿਆਦਾ ਐਕਟਿਵ ਨੇ, ਓਵਰ ਐਕਟਿਵ ਨੇ। ਅਸੀਂ ਉਹ ਸਿਖਾਇਆ ਉਹਨਾਂ ਨੂੰ, ਅਸੀਂ ਸਿਖਾ ਦਿੱਤਾ ਹੈ ਕਿ ਅਸੀਂ ਕੀ ਕੀ ਗੜਬੜਾਂ ਕਰਦੇ ਨੇ। ਅਸੀਂ ਗੜਬੜਾਂ ਜਿਹੜੀਆਂ ਕਰ ਕਰਕੇ ਉਹਨਾਂ ਨੂੰ ਇੰਨਾ ਟ੍ਰੇਨਿੰਗ ਦੇ ਦਿੱਤੀ ਹੋਈ ਹੈ ਕਿ ਉਹ ਕਹਿੰਦੇ ਹੁਣ ਬਸ ਹੈ, ਹੁਣ ਤੁਸੀਂ ਆਪਣਾ ਆਪਣੇ ਤੱਕ ਰੱਖੋ, ਜੇ ਜੈਨੂਇਨਲੀ ਪੜ੍ਹਨਾ ਆ ਕੇ ਤੇ ਆਓ, ਅਦਰਵਾਈਜ਼ ਅਸੀਂ ਤੁਹਾਡੇ ਤੋਂ ਹੋਰ ਵੀ ਬੱਚੇ ਨੇ, ਹੋਰ ਕੰਟਰੀਆਂ ਨੇ, ਹੋਰ ਸਟੇਟ ਨੇ ਜਿੱਥੋਂ ਅਸੀਂ ਬੱਚੇ ਬੁਲਾ ਲਾਂਗੇ, ਪਰ ਪੰਜਾਬ ਹਰਿਆਣਾ ਨੂੰ ਰੈੱਡ ਲਿਸਟ ਮਾਰਕ ਕਰ ਰਹੇ ਨੇ। ਸੋ ਜੇ ਕੰਸਲਟੈਂਟਸ ਨੂੰ ਵੀ ਅਪੀਲ ਹੈ, ਮੈਂ ਤਾਂ ਕਰਨਾ ਚਾਹੂੰਗਾ ਕਿ ਜੇ ਇੰਡਸਟਰੀ ਬਚਾਉਣੀ ਹੈ ਪੰਜਾਬ ਹਰਿਆਣਾ ਦੇ ਵਿੱਚ, ਪੇਰੈਂਟਸ ਨੂੰ ਮੈਂ ਅਪੀਲ ਕਰਨਾ ਚਾਹੂੰਗਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਫਿਊਚਰ ਜਨਰੇਸ਼ਨ ਦੇ ਬੱਚੇ ਜਾਂ ਹੁਣ ਦੇ ਬੱਚੇ ਜਾ ਕੇ ਸਕਸੈਸਫੁਲ ਹੋਣ ਉੱਥੇ ਪੜ੍ਹਾਈ ਕਰਨ ਤੋਂ ਬਾਅਦ, ਤੇ ਤੁਹਾਨੂੰ ਜੈਨੂਇਨ ਸਟੂਡੈਂਟ ਬਣ ਕੇ ਜਾਣਾ ਪਏਗਾ ਤੇ ਜੈਨੂਇਨਲੀ ਉੱਥੇ ਸਟੱਡੀ ਕੰਪਲੀਟ ਕਰਨੀ ਪਏਗੀ। ਤੇ ਉਹਦੇ ਵਿੱਚ ਯੂਨੀ ਸਮਾਰਟਰ ਸਟੱਡੀ ਹਬ ਇੱਕ ਉਪਰਾਲਾ ਆ ਜਿਹਦੇ ਥਰੂ ਅਸੀਂ ਅੰਮ੍ਰਿਤਸਰ ਦੇ ਵਿੱਚ ਸਟੱਡੀ ਹਬ ਖੋਲ੍ਹਿਆ। ਪਹਿਲਾਂ ਤੇ ਦੇਖੋ ਕਈ ਪ੍ਰੋਗਰਾਮ ਇਹੋ ਜਿਹੇ ਜਿਹੜੇ ਹੁੰਦੇ ਆ ਉਹ ਆਨਲਾਈਨ ਘਰੇ ਬੈਠੇ ਪੜ੍ਹਨ ਵਾਲਾ ਹੁੰਦਾ ਹੈ, ਇੱਥੇ ਇਦਾਂ ਨਹੀਂ ਹੈ। ਯੂਨੀ ਸਮਾਰਟਰ ਸਟੱਡੀ ਹਬ ਦੀ ਫੈਸਿਲਿਟੀ ਜਿਹੜੀ ਨੈਵੀਟਾਸ ਦੇ ਨਾਲ ਅਸੀਂ ਕੀਤੀ ਇੱਥੇ, ਉਹ ਪੂਰਾ ਮਾਹੌਲ ਤੁਹਾਨੂੰ ਇੱਕ ਯੂਨੀਵਰਸਿਟੀ ਦਾ ਮਾਹੌਲ ਦੇਗਾ। ਇੱਥੇ ਹੋਰ ਬੱਚੇ ਵੀ ਨਾਲ ਹੋਣਗੇ। ਅੱਛਾ, ਯੂਨੀ ਸਮਾਰਟਰ ਹੁਣ ਤੱਕ ਕਿੰਨੇ ਬੱਚੇ ਸਕਸੈਸਫੁਲ ਕਰ ਚੁੱਕੇ? ਮੇਰੇ ਖਿਆਲ ਨਾਲ ਜੀ ਨਿਖਿਲ ਜੀ ਦੱਸੋ ਜੀ। ਯੂਨੀ ਸਮਾਰਟਰ ਜਿਵੇਂ ਕਿ ਪਿਛਲੇ 3 ਸਾਲ ਤੋਂ ਇੱਥੇ ਚੱਲਦਾ ਪਿਆ, 2019 ਚ ਇਹਦੀ ਸ਼ੁਰੂਆਤ ਹੋਈ ਸੀਗੀ ਤੇ ਹੁਣ ਤੱਕ ਅਸੀਂ ਤਕਰੀਬਨ ਪੰਜਾਬ ਦੀ, ਗੁਜਰਾਤ ਦੀ ਆ, ਨੇਪਾਲ ਦੇ ਪੂਰੇ ਯੂਨੀ ਸਮਾਰਟਰ ਦੀ ਗੱਲ ਕਰੀਏ, ਹੁਣ ਤੱਕ ਜਿਵੇਂ ਲੋਕਡਾਊਨ ਸੀਗਾ, ਵੀਜ਼ਾ ਬੰਦ ਸੀਗੇ, ਹੁਣ ਸ਼ੁਰੂ ਹੋਏ ਨੇ, ਤੇ ਹੁਣ ਤੱਕ ਅਸੀਂ ਅਪਰੋਕਸੀਮੇਟਲੀ 100 ਤੋਂ ਉੱਪਰ ਬੱਚਾ ਉੱਥੇ ਪਹੁੰਚਾ ਚੁੱਕੇ ਹਾਂ ਤੇ ਬਾਕੀ ਇੱਥੇ ਬੱਚਾ ਤਿਆਰ ਹੁੰਦਾ। ਅੱਛਾ, ਕਰੋਨਾ ਦੇ ਵਿੱਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਪਰਮਾਤਮਾ ਨਾ ਕਰੇ ਕਿ ਇਸ ਤਰ੍ਹਾਂ ਦਾ ਮੋੜ ਫੇਰ ਆਵੇ। ਜੇ ਬਾਏ ਦੇ ਵੇ ਕੋਈ ਆਂਦਾ ਤਾਂ ਫਿਰ ਉਹਦੇ ਵਾਸਤੇ ਕੀ ਅਸੀਂ ਸੋਚ ਕੇ ਬੈਠੇ, ਕਿਉਂਕਿ ਜਿਹੜੇ ਬੱਚੇ ਫੀਸ ਭਰ ਦੇਣਗੇ ਇੱਥੇ ਪਹੁੰਚ ਜਾਣਗੇ ਤੇ ਫਿਰ ਉਹਨਾਂ ਨੂੰ ਹੋਏਗਾ ਕਿ ਅਸੀਂ ਕੰਟੀਨਿਊ ਚੱਲਦੇ ਰਹੀਏ। ਜੀ, ਹੁਣ ਇਹਦੇ 'ਚ ਜਿਵੇਂ ਇਹਦੇ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਊਂਗਾ। ਜਦੋਂ ਕਰੋਨਾ ਖਤਮ ਹੋਇਆ, 2022 ਚੜ੍ਹਿਆ, ਤੇ 2022 ਦੇ ਵਿੱਚ ਅਸੀਂ ਜਿਵੇਂ ਆਸਟ੍ਰੇਲੀਆ ਪੁਰਾਣੇ ਇਨਟੇਕ ਨਹੀਂ ਲੈਂਦਾ, ਸਿਰਫ ਯੂਨੀ ਸਮਾਰਟਰ ਨੂੰ ਪਰਮਿਸ਼ਨ ਸੀਗੀ DHA ਆਸਟ੍ਰੇਲੀਆ ਤੋਂ, ਹਾਈ ਕਮਿਸ਼ਨ ਆਸਟ੍ਰੇਲੀਆ ਤੋਂ, ਕਿ ਉਹ ਪੁਰਾਣੇ ਇਨਟੇਕ ਦਾ ਬੱਚਾ, ਜੋ ਪੁਰਾਣੇ ਪਾਸ ਆਊਟ ਬੱਚਾ, ਉਹ ਲੈ ਸਕਦੇ ਆ।
ਜੋ ਬੱਚਾ ਡਾਇਰੈਕਟਲੀ ਯੂਨੀਵਰਸਿਟੀ ਨਹੀਂ ਜਾ ਰਿਹਾ ਸੀਗਾ ਉਹ ਯੂਨੀਸਮਾਰਟਰ ਰਾਹੀਂ ਜਾ ਰਿਹਾ ਸੀਗਾ। ਉਹਦੇ ਲਈ ਇੱਕ ਹੋਰ ਰਾਹ ਖੁੱਲ ਗਿਆ। ਇੱਕ ਤਾਂ ਉਹਦੇ ਪਰਸੈਂਟੇਜ ਤਾਂ ਹੈ ਹੀ ਹੈ, ਆਇਲਸ ਤਾਂ ਹੈ ਹੀ ਹੈ, ਲੇਕਿਨ ਜੋ ਪਾਸ ਆਊਟ ਈਅਰ ਹੈ, ਜੇ 21 ਪਾਸ ਆਊਟ ਬੱਚਾ ਸੀਗਾ ਉਹ ਹਾਲੇ ਅਸੀਂ ਐਂਡ ਤੱਕ ਭੇਜਿਆ ਜਦਕਿ ਯੂਨੀਵਰਸਿਟੀਜ਼ ਨੇ ਪਹਿਲਾਂ ਬੰਦ ਕਰਤਾ ਸੀਗਾ। ਇਹ ਬੈਨੀਫਿਟ ਸਾਡੇ ਵੱਲੋਂ ਬੱਚਿਆਂ ਨੂੰ ਮਿਲ ਜਾਂਦਾ। ਤਾਂ ਬਿਲਕੁਲ ਬੱਚਿਆਂ ਵੱਲੋਂ ਜਿਹੜੇ ਬੈਨੀਫਿਟ ਵੱਖ-ਵੱਖ ਤਰੀਕੇ ਨਾਲ ਬੈਨੀਫਿਟ ਜਿਹੜੇ ਤੁਸੀਂ ਦੱਸਦੇ ਪਏ ਨੇ, ਤਾਂ ਯਕੀਨਨ ਗੱਲ ਹੈ ਕਿ ਬੱਚੇ ਚਾਹੁੰਦੇ ਵੀ ਹੋਣਗੇ ਕਿ ਕੋਈ ਹੱਥ ਸਾਡੇ ਵੱਲ ਵਧੇ, ਤਾਂ ਉਹ ਤੁਹਾਡਾ ਹੱਥ ਜਿਹੜਾ ਵਧਣ ਜਾ ਰਿਹਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਬਹੁਤ ਸਾਰੇ ਬੱਚੇ ਜਿਹੜੇ ਨੇ ਤੁਹਾਡੇ ਕੋਲ ਪਹੁੰਚਣਗੇ ਵੀ। ਤਾਂ ਇਸ ਤੋਂ ਅਗਲਾ ਜਿਹੜਾ ਆਫਿਸ ਤੁਸੀਂ ਅੰਮ੍ਰਿਤਸਰ ਦੇ ਵਿੱਚ ਖੋਲ੍ਹ ਦਿੱਤਾ, ਤਾਂ ਹੁਣ ਅੱਗੇ ਅਸੀਂ ਕੀ ਪ੍ਰੋਸੀਜਰ ਹੈ, ਕਿ ਅੰਮ੍ਰਿਤਸਰ ਦੇ ਵਿੱਚ ਆ ਕੇ ਹੀ ਉਹ ਇੱਥੇ ਆ ਕੇ ਤੁਹਾਨੂੰ ਮੁਲਾਕਾਤ ਫਿਲਹਾਲ ਜੇ ਆਪਾਂ ਸਟੱਡੀ ਹੱਬ ਦੀ ਗੱਲ ਕਰੀਏ ਉਹ ਅੰਮ੍ਰਿਤਸਰ ਦੇ ਵਿੱਚ ਹੀ ਹੈ ਕਿ ਜੇ ਤੁਸੀਂ ਫੈਸਿਲਿਟੀ ਦੇ ਵਿੱਚ ਆ ਕੇ ਇੱਥੇ ਬਹਿ ਕੇ ਬਾਕੀ ਬੱਚਿਆਂ ਨਾਲ ਜਿੱਦਾਂ ਇੱਕ ਕਲਾਸਰੂਮ 'ਚ ਬਹਿ ਕੇ ਪੜ੍ਹਦੇ ਹਾਂ ਆਪਾਂ, ਉੱਦਾਂ ਤੁਸੀਂ ਜੇ ਕਲਾਸਿਸ ਲਗਾਉਣੇ ਆ 14 ਵੀਕ, ਜਿਹਦੇ ਵਿੱਚ ਵੀਕਲੀ ਹਫਤੇ ਦੇ ਵਿੱਚ 1 2 ਜਾਂ 3 ਦਿਨ ਕਲਾਸਾਂ ਹੁੰਦੀਆਂ, ਇਸ ਤੋਂ ਜ਼ਿਆਦਾ ਨਹੀਂ ਹੈ। ਐਂਡ 2 ਤੋਂ 3 ਘੰਟੇ ਦੀ ਕਲਾਸ ਹੈ, ਇਹ ਵੀ ਨਹੀਂ ਗਾ ਕਿ ਸਾਰਾ ਹਫਤਾ ਪੜ੍ਹਨਾ ਹੈ। ਐਂਡ ਜਿਵੇਂ ਨਿਖਿਲ ਜੀ ਵੀ ਦੱਸ ਰਹੇ ਸੀ, ਡਾਇਰੈਕਟ ਜਿਹੜੀ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਉਹ ਪੜ੍ਹਾਉਣਗੇ, ਪਲੱਸ ਉਸ ਤੋਂ ਬਾਅਦ ਸਪੋਰਟ ਹੈਂਡ ਲੋਕਲ ਵੀ ਹੋਏਗਾ, ਪਲੱਸ ਸਾਡੇ ਵੱਲੋਂ ਜਿਹੜੇ ਇੰਗਲਿਸ਼ ਪੋਲਿਸ਼ਿੰਗ ਦੀ ਗੱਲ ਹੋ ਗਈ ਜਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਹੋ ਗਈ, ਉੱਥੇ ਦੇ ਮਾਹੌਲ ਬਾਰੇ ਇਨਫੋਰਮੇਸ਼ਨ ਹੋ ਗਈ, ਉਹ ਸਾਰੀ ਟ੍ਰੇਨਿੰਗ ਅਸੀਂ ਐਜ਼ ਅ ਗ੍ਰੈਡੀਕੋ ਵੀ ਰਿਸਪੌਂਸਿਬਿਲਿਟੀ ਲੈਂਦੇ ਹਾਂ ਕਿ ਅਸੀਂ ਬੱਚੇ ਨੂੰ ਪੂਰਾ ਇਹਦੇ ਬਾਰੇ ਅਵੇਅਰ ਕਰਾਂਗੇ। ਬਾਕੀ ਯੂਨੀਸਮਾਰਟਰ ਪ੍ਰੋਗਰਾਮ ਤੁਸੀਂ ਜੇ ਹੋਰ ਕਿਸੇ ਰਹਿੰਦੇ ਹੋ ਉੱਥੇ ਰਹਿ ਕੇ ਵੀ ਕਰ ਸਕਦੇ ਹੋ, ਬਟ ਚੈਲੰਜ ਇਹ ਹੋਏਗਾ ਤੁਹਾਨੂੰ ਘਰੇ ਬੈਠੇ ਉਹ ਕਲਾਸਿਸ ਲੈਣੀਆਂ ਪੈਣਗੀਆਂ। ਗਾਈਡੈਂਸ ਸਾਡੇ ਵੱਲੋਂ ਜ਼ਰੂਰ ਹੋਏਗੀ, ਅਦਰਵਾਈਜ਼ ਤੁਸੀਂ ਜਲੰਧਰ ਸਾਡੇ ਆਫਿਸ ਤੋਂ ਕੰਟੈਕਟ ਕਰਕੇ, ਬਠਿੰਡੇ ਸਾਡੇ ਆਫਿਸ ਤੋਂ ਕੰਟੈਕਟ ਕਰਕੇ, ਫਿਰੋਜ਼ਪੁਰ ਸਾਡੇ ਆਫਿਸ, ਦੈਨ ਨੋਇਡਾ ਸੈਕਟਰ 18 ਦੇ ਵਿੱਚ ਹੈਗਾ ਹੈ ਸਾਡਾ ਆਫਿਸ, ਉੱਥੇ ਕੰਟੈਕਟ ਕਰਕੇ ਵੀ ਯੂਨੀਸਮਾਰਟਰ ਸਟੱਡੀ ਹਬ ਪ੍ਰੋਗਰਾਮ 'ਚ ਐਨਰੋਲ ਹੋ ਸਕਦੇ ਹੋ। ਮੇਰੇ ਪੁੱਛਣ ਦਾ ਮਤਲਬ ਇਹੋ ਹੀ ਮੇਰਾ ਕਾਰਨ ਹੈ ਕਿ ਦੇਖੋ ਪੰਜਾਬ ਨਹੀਂ ਇਕੱਲਾ, ਇਹ ਪੂਰੇ ਦੇਸ਼ ਦੇ ਵਿੱਚ ਲੋਕਾਂ ਨੇ ਦੇਖਣਾ, ਬੜੇ ਪੰਜਾਬ ਤੋਂ ਬਾਹਰ ਵੀ ਬੜੇ ਨੌਜਵਾਨ ਕੁੜੀਆਂ ਮੁੰਡੇ ਨੇ ਜਿਹੜੇ ਜਾਣਾ ਚਾਹੁੰਦੇ ਨੇ, ਹਰਿਆਣਾ, ਹਿਮਾਚਲ, ਹਰ ਪਾਸੇ ਉਹ ਕਿਤੇ ਨਾ ਕਿਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕਰਨਗੇ ਤੁਹਾਡੇ ਨਾਲ, ਤਾਂ ਉਹਨਾਂ ਵਾਸਤੇ ਫਿਰ ਸਿਰਫ ਅੰਮ੍ਰਿਤਸਰ ਉਹਨਾਂ ਨੂੰ ਪਹੁੰਚਣਾ ਪਏਗਾ। ਹਾਂ, ਮੈਂ ਇਹ 'ਚ ਤੁਸੀਂ ਜਿਹੜੀ ਗੱਲ ਕੀਤੀ ਨਾ, ਬਾਹਰਲੇ ਵੀ ਦੇਖ ਰਹੇ ਹੋਣਗੇ, ਸਪੈਸ਼ਲੀ ਮੈਂ ਬਾਹਰਲੇ ਜਿਹੜੇ ਨੇ ਉਹਨਾਂ ਨੂੰ ਅਪੀਲ ਕਰਨਾ ਚਾਹੂੰਗਾ, ਕਿਉਂਕਿ ਉਹਨਾਂ ਦਾ ਮੈਸੇਜ ਜਿਹੜਾ ਨਾ ਉਹ ਕਲੀਅਰ ਐਂਡ ਡਾਇਰੈਕਟ ਜਾਂਦਾ ਹੈ ਇੱਥੇ ਦੇ ਲੋਕਲ ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਕਿਉਂਕਿ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਰਿਐਲਿਟੀ ਪਤਾ ਹੈ, ਜਿਹੜੀ ਮੈਂ ਗੱਲ ਦੱਸੀ ਬੱਚੇ ਉੱਥੇ ਜਾ ਕੇ ਕੀ ਸਫਰ ਕਰਦੇ ਨੇ, ਸੋ ਉਹਨਾਂ ਨੂੰ ਇਹ ਪ੍ਰੋਗਰਾਮ ਦੇ ਬੈਨੀਫਿਟ ਸਮਝ ਆਉਂਦੇ ਹੋਣਗੇ। ਤੇ ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਆਪਣੇ ਪੰਜਾਬ ਦੇ ਜਿਹੜੇ ਵੀ ਬੱਚਿਆਂ ਨੂੰ ਬੁਲਾਉਣ ਵਾਸਤੇ ਜਾਂ ਰਿਸ਼ਤੇਦਾਰਾਂ ਨੂੰ ਕਹਿੰਦੇ ਆ, ਉਹਨਾਂ ਨੂੰ ਇਸ ਦੇ ਬਾਰੇ ਡਿਟੇਲ 'ਚ ਜੋ ਸਮਝ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਬਾਰੇ ਜ਼ਰੂਰ ਕਨਵੇ ਕਰਨ ਕਿ ਇਹਦੇ ਕੀ ਬੈਨੀਫਿਟ ਹੋਣਗੇ, ਤਾਂ ਕਿ ਬੱਚਾ ਉੱਥੇ ਪਹੁੰਚ ਕੇ ਸਫਰ ਨਾ ਕਰੇ। ਪਲੱਸ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਵੀ ਸਿਰਫ ਅੰਮ੍ਰਿਤਸਰ ਦੇ ਵਿੱਚ ਹੀ, ਇਹ ਜ਼ਰੂਰੀ ਨਹੀਂ ਹੈ, ਪੂਰੇ ਪੰਜਾਬ, ਹਰਿਆਣਾ, ਨਾਰਥ ਇੰਡੀਆ ਜੋ ਵੀ ਇਹ ਦੇਖ ਰਿਹਾ ਹੈ ਯੂਨੀਸਮਾਰਟਰ ਸਟੱਡੀ ਹਬ ਪ੍ਰੋਗਰਾਮ ਦਾ ਫਾਇਦਾ ਲੈ ਸਕਦਾ ਆ। ਇਹਦੇ ਵਿੱਚ ਅਸੀਂ ਤੁਹਾਨੂੰ ਮੋਡਿਊਲਸ ਕਿਵੇਂ ਇਹਦਾ ਪ੍ਰੋਸੀਡ ਕਰਨਾ ਹੈ, ਮੈਂ ਜਨਰਲੀ ਇੱਕ ਓਵਰਵਿਊ ਦੇਵਾਂ ਤੇ ਡੇ 1 'ਚ ਆ ਕੇ ਆਫਰ ਲੈਟਰ ਲੈ ਸਕਦਾ ਹੈ। 4th ਨੂੰ ਹੁਣ 4 ਨਵੰਬਰ ਨੂੰ ਅਸੀਂ ਇਵੈਂਟ ਆਰਗੇਨਾਈਜ਼ ਕੀਤਾ, ਲਾਂਚ ਇਵੈਂਟ, ਜਿਹਦੇ ਵਿੱਚ ਸਾਰੇ ਯੂਨੀਸਮਾਰਟਰ ਦੇ ਨੈਵੀਟਾਸ ਦੇ ਡੈਲੀਗੇਟਸ ਹੋਣਗੇ, ਦਿੱਲੀ ਤੋਂ ਡੈਲੀਗੇਟਸ ਆ ਰਹੇ ਨੇ, ਉਹ ਔਨ ਸਪੌਟ ਤੁਹਾਨੂੰ ਆਫਰ ਲੈਟਰ ਰਿਲੀਜ਼ ਕਰ ਸਕਦੇ। ਯੂਨੀਸਮਾਰਟਰ ਦਾ ਸਭ ਤੋਂ ਬੈਸਟ ਪਾਰਟ ਇਹ ਹੈ ਕਿ ਤੁਸੀਂ ਕੋਰਸ ਡਿਸਾਈਡ ਕਰਨਾ ਹੈ, ਡਾਕੂਮੈਂਟ ਸਕੈਨ ਕਰਕੇ ਦੇਣੇ ਹੈ, ਆਇਲਸ ਰਿਕੁਆਇਰਮੈਂਟ ਪਲੱਸ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ, ਐਂਡ ਤੁਹਾਨੂੰ ਵਿਦਿਨ 2-3 ਆਵਰਸ, ਅਸੀਂ ਉੱਦਾਂ 24 ਆਵਰਸ ਕਲੇਮ ਕਰਦੇ ਹਾਂ, ਬਟ 2-3-4 ਘੰਟੇ ਦੇ ਵਿੱਚ ਵੀ ਤੁਹਾਨੂੰ ਆਫਰ ਲੈਟਰ ਰਿਲੀਜ਼ ਹੋ ਜਾਏਗੀ। ਅੱਜ ਦੀ ਡੇਟ 'ਚ ਮੈਂ ਚੈਲੰਜ ਕਰਕੇ ਕਹਿ ਸਕਦਾ ਇੱਕ ਚੰਗੀ ਯੂਨੀਵਰਸਿਟੀ ਦੀ ਆਫਰ ਲੈਟਰ ਨੂੰ ਵੀ ਬਹੁਤ ਟਾਈਮ ਲੱਗ ਰਿਹਾ ਹੈ। ਉਹੀ ਜਿਹੜੀ ਗੱਲ ਮੈਂ ਦੱਸਿਆ ਨਾ, ਰੈੱਡ ਲਿਸਟ ਡਿਕਲੇਅਰ ਕੀਤਾ ਹੋਇਆ ਹੈ ਤੇ ਯੂਨੀਵਰਸਿਟੀਆਂ ਬਹੁਤ ਸਕਰੂਟਨੀ ਕਰ ਰਹੀਆਂ ਨੇ। ਪੰਜਾਬ ਹਰਿਆਣਾ ਦੇ ਬੱਚੇ ਦਾ ਐਪਲੀਕੇਸ਼ਨ ਜਾਂਦੀ ਹੈ, ਜਿਹੜਾ ਆਫਰ ਲੈਟਰ ਹਫਤੇ 2 ਹਫਤੇ 'ਚ ਰਿਲੀਜ਼ ਹੋਣਾ ਹੁੰਦਾ, ਉੱਥੋਂ 6-6 8-8 ਹਫਤੇ ਲੱਗ ਰਹੇ ਨੇ। ਸੋ ਆਫਰ ਲੈਟਰ ਤੁਹਾਨੂੰ ਸੇਮ ਡੇ ਮਿਲ ਜਾਏਗਾ। ਆਫਰ ਲੈਟਰ ਤੋਂ ਬਾਅਦ ਤੁਸੀਂ ਇਮੀਡੀਏਟਲੀ ਆਪਣਾ ਅਗਲਾ ਪ੍ਰੋਸੈਸ ਜਿਹੜਾ ਹੈ, ਭਾਵੇਂ ਫੰਡਿੰਗ ਦਾ ਹੈ, ਕੁਝ ਵੀ ਹੈ, ਉਹ ਸ਼ੁਰੂ ਕਰ ਸਕਦੇ ਹੋ। ਉਹਦੀ ਗਾਈਡੈਂਸ ਮਿਲਣੀ ਸ਼ੁਰੂ ਹੋ ਜਾਏਗੀ, ਐਂਡ ਪੈਰਲਲੀ ਤੁਸੀਂ ਜਿਹੜਾ ਟਾਈਮ ਉੱਥੇ ਜਾ ਕੇ ਵੇਸਟ ਕਰਨਾ ਸੀ ਜਾਂ ਇੱਥੇ ਵੇਸਟ ਕਰਨਾ ਸੀ, ਉਹ ਟਾਈਮ ਦਾ ਯੂਟਿਲਾਈਜੇਸ਼ਨ ਸ਼ੁਰੂ ਕਰ ਲੈਂਦੇ ਹੋ। ਤੁਹਾਡੀ ਕਲਾਸਾਂ ਸ਼ੁਰੂ ਹੋ ਜਾਂਦੀਆਂ ਐਂਡ ਉਸ ਕਲਾਸਾਂ ਦੇ ਦੌਰਾਨ ਤੁਹਾਡੀ ਵੀਜ਼ਾ ਫਾਈਲਿੰਗ ਦਾ ਪ੍ਰੋਸੈਸ ਚੱਲਦਾ ਹੈ। ਸੋ ਇਹ ਕੋਈ ਤੁਸੀਂ ਐਕਸਟਰਾ ਟਾਈਮ ਨਹੀਂ ਲਗਾ ਰਹੇ ਹੋ, ਸੇਮ ਟਾਈਮ ਜਿਹੜਾ, ਐਂਡ ਇਹ ਕਿਤੇ ਦਾ ਵੀ ਬੱਚਾ, ਮੈਂ ਸਿਰਫ ਅੰਮ੍ਰਿਤਸਰ ਦੇ ਬੱਚੇ ਨੂੰ ਨਹੀਂ ਕਹਿ ਰਿਹਾ, ਅੰਮ੍ਰਿਤਸਰ ਦੇ ਬੱਚਿਆਂ ਨੂੰ ਸਿਰਫ ਇੱਕ ਐਡ ਔਨ ਫੈਸਿਲਿਟੀ ਮਿਲ ਗਈ ਕਿ ਯੂਨੀਸਮਾਰਟਰ ਸਟੱਡੀ ਹਬ 'ਚ ਆ ਕੇ ਲਗਾ ਸਕਦਾ ਹੈ। ਬਾਕੀ ਸ਼ਹਿਰਾਂ ਦੇ ਵਿੱਚ ਵੀ ਬੈਠ ਕੇ ਬੱਚਾ ਆਪਣੀ ਕਲਾਸਿਸ ਲੈ ਸਕਦਾ ਹੈ, ਅਸੀਂ ਉਹਨੂੰ ਪ੍ਰੋਪਰ ਗਾਈਡੈਂਸ ਦੇ ਸਕਦੇ ਹਾਂ। ਬਾਹਰੋਂ ਕਲਾਸਿਸ ਲੱਗਣਗੀਆਂ ਜਿੱਦਾਂ ਪਹਿਲਾਂ ਯੂਨੀਸਮਾਰਟਰ ਚੱਲਦਾ ਸੀ, ਕਿਉਂਕਿ ਯੂਨੀਸਮਾਰਟਰ ਤੇ ਜਦੋਂ ਮੈਂ ਦੱਸ ਰਿਹਾ 2019 ਤੋਂ ਚੱਲ ਰਿਹਾ ਇਹ ਪ੍ਰੋਗਰਾਮ, 19 ਤੋਂ 100 ਤੋਂ ਉੱਤੇ ਬੱਚੇ ਇਹਦਾ ਫਾਇਦਾ ਲੈ ਕੇ ਉੱਥੇ ਪਹੁੰਚ ਚੁੱਕੇ ਨੇ। ਸੋ ਭਾਵੇਂ ਉਹ ਪੰਜਾਬ ਦੇ ਕਿਸੇ ਵੀ ਕੋਨੇ 'ਚ ਬੱਚਾ ਰਹਿੰਦਾ ਆ, ਉਹ ਉੱਥੇ ਬਹਿ ਕੇ ਯੂਨੀਸਮਾਰਟਰ ਦਾ ਫਾਇਦਾ ਲੈ ਸਕਦਾ ਹੈ। ਅੱਛਾ, ਜ਼ਿਆਦਾਤਰ ਸੋਚ ਲੋਕਾਂ ਦੀ ਇਹ ਕਿਉਂ ਬਣ ਚੁੱਕੀ ਹੋਈ ਕਿ
ਇੱਕ ਜ਼ਿਆਦਾਤਰ ਪਿੰਡਾਂ ਦੇ ਵਿੱਚ ਗੱਲ ਕਰੀਏ ਤਾਂ 1 ਕਿੱਲਾ ਵੇਚਦੇ ਨੇ, ਵੇਚ ਕੇ ਤੇ ਅਸੀਂ ਕਿਸੇ ਤਰੀਕੇ ਬਾਹਰ ਭੇਜ ਹੀ ਦੇਣਾ। ਇਹ ਸੋਚ ਕੀ ਜਿਹੜੇ ਡੀਲਰ ਨੇ ਉਹਨਾਂ ਨੇ ਦਿਮਾਗ ਦੇ ਵਿੱਚ ਵਾੜ ਦਿੱਤੀ ਸੋਚ ਵੀ ਤੁਸੀਂ ਪੈਸੇ ਖਰਚੋ ਤੇ ਅਸੀਂ ਭੇਜ ਦਿੰਦੇ ਆ, ਇਹ ਸੋਚ ਕਿਸ ਤਰ੍ਹਾਂ ਕੱਢੀ ਜਾ ਸਕਦੀ? ਦੇਖੋ ਫਿਲਹਾਲ ਹੌਲੀ ਹੌਲੀ ਦੇਖੋ ਜੀ, ਮੈਂ ਤੇ ਕੋਈ ਨਹੀਂ ਹੁੰਦਾ ਇਹਦੇ ਵਿੱਚ ਕਿਸੇ ਨੂੰ ਸੁਜੈਸਟ ਕਰਨਾ। ਪਹਿਲੀ ਗੱਲ ਤਾਂ ਮੈਂ, ਜੇ ਤੁਹਾਡੀ ਇੰਨੀ ਵਿਪਤਾ ਹੋਈ ਹੈ, ਕਿਉਂਕਿ ਸਾਡਾ ਯੂਨੀ ਸਮਾਰਟਰ ਵੱਲੋਂ ਜਿਹੜਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਚਾਹੁੰਦੇ ਨਹੀਂ ਕਿ ਕੋਈ ਵੇਚ-ਵੂਚ ਕੇ ਆਪਣੇ ਬੱਚੇ ਨੂੰ ਸਿਰਫ ਐਂਟਰੀ ਕਰਾਉਣ ਵਾਸਤੇ ਭੇਜੇ। ਅਸੀਂ ਚਾਹੁੰਦੇ ਹਾਂ ਜਦੋਂ ਬਾਹਰ ਬੱਚਾ ਚਲੇ ਜਾਵੇ ਫਿਰ ਤੇ ਉਹਨਾਂ ਦੇ ਦਿਲ ਨੂੰ ਤਸੱਲੀ ਮਿਲਦੀ, ਖੁਸ਼ ਹੋ ਜਾਂਦੇ ਕਿ ਠੀਕ ਹੈ ਬੱਚਾ ਪਹੁੰਚ ਗਿਆ ਬਾਹਰ, ਸੁਰੱਖਿਅਤ ਆ ਬੱਚਾ, ਕਾਰੋਬਾਰ ਮਿਲ ਗਿਆ ਜਾਂ ਪੜ੍ਹਾਈ ਦੇ ਉੱਤੇ ਉੱਥੇ ਆਪਣਾ ਸ਼ੁਰੂ ਕਰ ਦਿੱਤਾ ਉਹਨੇ ਆਪਣਾ ਜੀਵਨ। ਪਰ ਜਦੋਂ ਧੋਖਾ ਹੋ ਜਾਂਦਾ ਉਹਦੀ ਗੱਲ ਕਰ। ਬਿਲਕੁਲ, ਉਹ ਇਸੇ ਤਰੀਕੇ ਨਾਲ ਟੈਕਲ ਹੋਊਗਾ। ਪਹਿਲੀ ਚੀਜ਼ ਤੇ ਉਹ ਜੇ ਇਹ ਸਮਝਣਗੇ ਜਦ ਤੱਕ ਜਿਹੜੀ ਵੈਲਿਊਏਸ਼ਨ ਕੈਲਕੂਲੇਸ਼ਨ ਹੈ ਨਾ ਜੀ, ਉਹ ਕੈਲਕੂਲੇਸ਼ਨ ਚੇਂਜ ਹੋਣੀ ਜ਼ਰੂਰੀ ਹੈ ਕਿ ਕਿਆ ਤੁਸੀਂ ਵਾਕਈ ਜਿਹੜਾ 10-12 ਲੱਖ ਰੁਪਏ ਜਾਂ 15 ਲੱਖ ਰੁਪਏ ਦੀ ਕੈਲਕੂਲੇਸ਼ਨ ਲਗਾਈ ਹੈ ਬੱਚੇ ਨੂੰ ਉਹ ਬਾਰਡਰ ਟਪਾਉਣ ਵਾਸਤੇ, ਕਿਆ ਉਹਦੇ ਨਾਲ ਬੱਚਾ ਤੁਹਾਡਾ ਸੈਟਲ ਹੋ ਰਿਹਾ ਹੈ? ਜਿਹੜੀ ਸੱਚਾਈ ਨਹੀਂ ਹੈ ਉਹ ਸਿਰਫ ਤੁਸੀਂ ਉਹਨੂੰ ਪਹਿਲੇ ਸਮੈਸਟਰ ਦੀ ਜਾਂ ਥੋੜੀ ਜੀ ਫੀਸ ਭਰਾ ਕੇ ਬਾਕੀ ਤੁਸੀਂ ਪੈਕੇਜਾਂ ਦੇ ਵਿੱਚ ਐਡ ਕਰਾ ਕੇ ਇੱਕ ਮੋਟੀ ਅਮਾਉਂਟ ਤੁਸੀਂ ਏਜੰਟ ਨੂੰ ਦੇ ਕੇ ਤੁਸੀਂ ਪਹੁੰਚ ਗਏ ਉੱਥੇ, ਬਟ ਉਹ ਸਕਸੈਸ ਨਹੀਂ ਹੈ। ਜੇ ਤੁਸੀਂ ਇਦਾਂ ਹੀ ਕੋਈ, ਕਿਉਂਕਿ ਦੇਖੋ ਪੜ੍ਹਾਉਣ ਵਾਸਤੇ ਕੋਈ ਵੀ ਪੇਰੈਂਟ ਕਿਸੇ ਵੀ ਹੱਦ ਤੱਕ ਜਾਂਦਾ ਹੈ ਬੱਚੇ ਨੂੰ ਸਕਸੈਸਫੁਲ ਕਰਨ ਲਈ, ਲੋਨ ਲੈਂਦੇ ਆ ਲੋਕੀ ਵੱਡੇ ਵੱਡੇ ਬੈਂਕਾਂ ਤੋਂ ਪੜ੍ਹਾਉਣ ਵਾਸਤੇ। ਪੂਰੇ ਇੰਡੀਆ ਦੇ ਵਿੱਚ ਇਹ ਚਰਮ ਚੱਲਦਾ ਹੈ ਕਿ ਜੇ ਤੁਸੀਂ ਬਾਹਰ ਫੋਰਨ ਐਜੂਕੇਸ਼ਨ ਦਿਵਾਉਣੀ ਹੈ ਤਾਂ ਐਜੂਕੇਸ਼ਨ ਲੋਨ ਲੈਂਦੇ ਹੋ ਤੁਸੀਂ ਬੈਂਕ ਤੋਂ। ਤਾਂ ਸੇਮ ਲੈਟਸ ਸੇ ਮੈਂ ਇਹਨੂੰ ਵੇਚਣ ਵਾਲੀ ਪ੍ਰਕਿਰਿਆ ਨੂੰ ਵੀ ਮੈਂ ਜੇ ਇਹੀ ਸੋਚ ਕੇ ਚੱਲਾਂ ਕਿ ਚਲੋ ਔਖੇ ਸੌਖੇ ਹੋ ਕੇ ਕੋਈ ਚੀਜ਼ ਤੁਸੀਂ ਕੁਰਬਾਨ ਕੀਤੀ ਹੈ ਤੇ ਉਹਦੇ ਨਾਲ ਬੱਚੇ ਨੂੰ ਪੜ੍ਹਾਉਣਾ ਚਾਹੁੰਦੇ ਹੋ ਤਾਂ ਤੁਸੀਂ ਫਿਰ ਪੂਰੀ ਕੈਲਕੂਲੇਸ਼ਨ ਲੈ ਕੇ ਚੱਲੋ। ਉਹ 10-12 ਲੱਖ ਦੀ ਗੱਲ ਨਹੀਂ ਹੈ। ਜੇ ਤੁਸੀਂ ਯੂਨੀਵਰਸਿਟੀ ਦੀ ਵੀਜ਼ੇ ਲੈ ਰਹੇ ਹੋ, ਲੈਣ ਲਈ ਗਏ ਹੋ, ਤੇ ਉਹ 40-50 ਲੱਖ ਰੁਪਏ ਦੀ ਗੱਲ ਹੈ। ਪਹਿਲੀ ਗੱਲ ਤੇ ਕੰਸਲਟੈਂਟ ਨੂੰ ਵੀ ਜੈਨੂਇਨ ਹੋਣਾ ਪੈਣਾ ਹੈ, ਜੈਨੂਇਨ ਪਿਕਚਰ ਦਿਖਾਣੀ ਪੈਣੀ ਹੈ ਇੱਕ ਪੇਰੈਂਟਸ ਨੂੰ ਕਿ ਤੁਸੀਂ ਜੇ ਫਲਾਨੀ ਯੂਨੀਵਰਸਿਟੀ ਦਾ ਵੀਜ਼ਾ ਲੈਣ ਆਏ ਹੋ ਮੇਰੇ ਕੋਲ ਤੇ ਪਹਿਲੇ ਸਮੈਸਟਰ ਦੀ ਫੀਸ ਲੱਗ ਕੇ ਪਹਿਲਾਂ ਇੰਨਾ ਖਰਚਾ ਆਏਗਾ, ਜਾਂਦੇ ਹੀ ਤੁਹਾਨੂੰ 3 ਮਹੀਨੇ ਬਾਅਦ ਫਿਰ ਦੁਬਾਰਾ ਇੰਨਾ ਖਰਚਾ ਆਏਗਾ ਤੇ 3 ਸਾਲ ਤੱਕ ਇਹ ਖਰਚਾ ਆਉਂਦਾ ਰਹਿਣਾ ਹੈ। ਸੋ ਜੇ ਤੁਹਾਡੇ ਕੋਲ 40-50 ਲੱਖ ਰੁਪਏ ਨਹੀਂ ਹੈ ਤੇ ਮੈਂ ਜਨਰਲੀ ਜੇ ਕਹੂੰਗਾ ਕਿ ਤੁਹਾਡੇ ਕੋਲ ਨਹੀਂ ਹੈ ਤੇ ਨਾ ਭੇਜੋ ਬੱਚਾ ਆਪਣਾ। ਨਹੀਂ ਤੇ ਕੀ ਹੋਊਗਾ, ਤੁਸੀਂ 10-12 ਲੱਖ ਰੁਪਏ ਲਾ ਕੇ ਥੋੜੀ ਫੀਸ ਭਰ ਕੇ ਭੇਜ ਤਾਂ ਦਓਗੇ, ਬਟ ਉਹ ਉੱਥੇ ਜੋ ਕਿ ਰਹਿ ਜਾਊਗਾ। ਉੱਥੇ ਦੀ ਸੱਚਾਈ ਅੱਜ ਦੀ ਡੇਟ ਦੇ ਵਿੱਚ ਉਹ ਸਕਸੈਸਫੁਲ ਨਹੀਂ ਹੋਇਆ, ਉਹ ਸਕਸੈਸ ਨਹੀਂ ਹੈ। 20 ਸਾਲ ਮੈਂ ਹੁਣ ਯੂਕੇ ਸੀਗਾ 2 ਮਹੀਨੇ ਪਹਿਲਾਂ, 18 ਸਾਲ ਹੋ ਗਏ ਬੱਚਿਆਂ ਨੂੰ ਜਿਨ੍ਹਾਂ ਨੇ ਆਪਣੇ ਮਾਪੇ ਦੀ ਸ਼ਕਲ ਨਹੀਂ ਦੇਖੀ। ਕਿਉਂਕਿ ਕਿਉਂ? ਉਹ ਬੱਚੇ ਸਟੂਡੈਂਟ ਵੀਜ਼ੇ ਤੇ ਗਏ ਸੀਗੇ, ਸਟੂਡੈਂਟ ਵੀਜ਼ੇ ਤੇ ਜਾ ਕੇ ਲੁਕਦੇ ਫਿਰਦੇ ਆ, ਹੁਣ ਇਲੀਗਲ ਹੋ ਗਏ। ਇਲੀਗਲ ਤੋਂ ਬਾਅਦ ਉਹ ਵੇਟ ਕਰ ਰਹੇ ਨੇ ਕਦੋਂ ਸਾਨੂੰ ਪੇਪਰ ਮਿਲਣਗੇ, ਕਿਉਂਕਿ ਕਿਸੇ ਨੇ ਉਹਨਾਂ ਨੂੰ ਉੱਥੇ ਗਾਈਡ ਕਰਤਾ ਵੀ 20 ਸਾਲ ਰੁਕ ਜਾਏਗਾ ਤੈਨੂੰ ਪੇਪਰ ਮਿਲ ਜਾਣਗੇ। ਇੱਥੇ ਪੇਰੈਂਟਸ ਵੀ ਉਹਨਾਂ ਨਾਲ ਫੋਨ ਤੇ ਹਾਂਜੀ ਹਿੰਮਤ ਵਧਾ ਰਹੇ ਆ। ਉਹ 20 ਸਾਲ ਉਮਰ ਸੀਗੀ ਜਦੋਂ ਗਏ ਇੱਥੋਂ, 40 ਸਾਲ ਦੇ ਹੋ ਗਏ ਨੇ, ਵਿਆਹ ਦਾ ਟਾਈਮ ਨਿਕਲ ਗਿਆ। ਇੱਥੇ ਪੇਰੈਂਟਸ ਕਈਆਂ ਦੇ ਬਜ਼ੁਰਗ ਹੋ ਗਏ। ਸੌਰੀ, ਬਹੁਤ ਚੀਜ਼ਾਂ ਇਦਾਂ ਦੀਆਂ ਜਿਹੜੀ ਮੈਂ ਸ਼ੇਅਰ ਵੀ ਨਹੀਂ ਕਰਨਾ ਚਾਹੁੰਦਾ ਬੱਚਿਆਂ ਦੀ, ਜਦੋਂ ਉੱਥੇ ਗੱਲਾਂ ਸੁਣਦਾ। ਠੀਕ ਹੈ, ਕਿਸੇ ਦਾ ਕੋਈ ਗੁਜ਼ਰ ਜਾਂਦਾ ਹੈ ਫਿਰ ਵੀ ਤੁਸੀਂ ਦੁੱਖ ਸੁੱਖ ਚ ਬਹੁਤ ਵੀਡੀਓ ਵੀ ਵਾਇਰਲ ਕਰਦੇ ਨੇ ਬੱਚੇ ਉੱਥੇ ਜਾ ਕੇ ਜਦੋਂ ਪਰੇਸ਼ਾਨ ਹੋ ਜਾਂਦੇ, ਪਰੇਸ਼ਾਨ ਹੁੰਦੇ ਆ। ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਵੀ ਧਿਆਨ 'ਚ ਰੱਖਣਾ ਪੈਣਾ ਹੈ। ਸਿਰਫ ਤੁਸੀਂ ਆਪਣੀ ਜ਼ਿੰਮੇਵਾਰੀ ਲਾਉਣ ਲਈ, ਜਿੱਦਾਂ ਨਾ ਕਹਿੰਦੇ ਨਾ ਕਿ ਬੱਚੇ ਨੂੰ ਜੀ ਪੈਸੇ ਲਾ ਕੇ ਮੈਂ ਤੇ ਆਪਣੀ ਜ਼ਿੰਮੇਵਾਰੀ ਲਾਤੀ, ਮੈਂ ਤੇ ਬੱਚਾ ਬਾਰਡਰ ਪਾਰ ਘਲਾਤਾ, ਉਹ ਅੱਜ ਦੀ ਡੇਟ 'ਚ ਸੋਲੂਸ਼ਨ ਨਹੀਂ ਹੈ। ਉਹ ਪੁਰਾਣੇ ਟਾਈਮ ਤੇ ਹੁੰਦਾ ਸੀਗਾ। ਆਪਾਂ ਅੱਜ ਵੀ ਉਸੇ ਚੀਜ਼ ਨੂੰ ਫੋਲੋ ਕਰ ਰਹੇ ਹਾਂ ਕਿ ਵੀ ਇਲੀਗਲ ਕਿਸੇ ਤਰੀਕੇ ਨਾਲ ਬਾਰਡਰ ਕ੍ਰਾਸ ਕਰਕੇ ਪਹੁੰਚ ਗਏ ਤੇ ਉੱਥੇ ਜਾ ਕੇ ਅਸਾਈਲਮ ਪਾ ਲਿਆ ਜਾਂ ਕੋਈ ਉਹ ਪਾ ਲਿਆ ਤੇ ਅਸੀਂ ਪੱਕੇ ਹੋ ਜਾਂਦੇ ਸੀ। ਪੁਰਾਣੇ ਟਾਈਮ ਤੇ ਹੋਏ ਨੇ ਬਜ਼ੁਰਗ ਪੱਕੇ, ਬਟ ਅੱਜ ਦੀ ਡੇਟ ਦੇ ਵਿੱਚ ਕੰਟਰੀਆਂ ਨੇ ਰਿਸਟ੍ਰਿਕਸ਼ਨਸ ਬਹੁਤ ਲਾਤੀਆਂ। ਅੱਜ ਦੀ ਡੇਟ ਦੇ ਵਿੱਚ ਪੈਸਾ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਲੀਗਲ ਸਟੇਟਸ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਇਹ ਚੀਜ਼ ਉੱਥੇ ਜਿਹੜੇ ਇਲੀਗਲ ਰਹਿ ਰਹੇ ਨੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ। ਜੇ ਉਹਨਾਂ ਨੂੰ ਅੱਜ ਦੀ ਡੇਟ 'ਚ ਕਹੋਗੇ ਨਾ ਕਿ ਮੈਂ ਜੀ ਤੁਸੀਂ ਕਰੋੜ ਰੁਪਇਆ ਦਿਓ, 2 ਕਰੋੜ ਰੁਪਇਆ ਦਿਓ, ਅਸੀਂ ਤੁਹਾਨੂੰ ਲੀਗਲ ਸਟੇਟਸ ਦਿੰਦੇ ਹਾਂ, ਉਹ ਹੱਸ ਕੇ ਕਹਿਣਗੇ ਹਾਂ ਯਾਰ ਲੀਗਲ ਸਟੇਟਸ ਜ਼ਿਆਦਾ ਇੰਪੋਰਟੈਂਟ ਹੈ, 2 ਕਰੋੜ ਰੁਪਇਆ ਜ਼ਿਆਦਾ ਇੰਪੋਰਟੈਂਟ ਨਹੀਂ ਹੈ। ਸਾਨੂੰ ਲੀਗਲ ਸਟੇਟਸ ਮਿਲ ਜਾਏ ਸਾਡਾ, ਕਿ ਸਾਨੂੰ ਆਉਣ ਜਾਣ ਦੇ ਵਿੱਚ ਕੋਈ ਰੁਕਾਵਟ ਨਾ ਹੋਵੇ, ਕਦੀ ਵੀ ਅਸੀਂ ਦਿਲ ਕਰੀਏ ਤੇ ਅਸੀਂ ਇੰਡੀਆ ਜਾ ਸਕੀਏ, ਆ ਸਕੀਏ, ਤੇ ਸਾਨੂੰ ਕੋਈ ਲੁੱਕ ਕੇ ਰਹਿਣਾ ਨਾ ਪਵੇ ਇੱਥੇ, ਸਾਨੂੰ ਹੈਲਥ ਫੈਸਿਲਿਟੀ ਪ੍ਰੋਪਰ ਮਿਲੇ, ਜਿਹਦੇ ਲਈ ਅਸੀਂ ਜਾਂਦੇ ਇੱਥੋਂ। ਪਹਿਲੇ ਦਿਨ ਸੁਪਨਾ ਤੇ ਇਹੀ ਲੈ ਕੇ ਜਾਂਦੇ ਨਾ ਕਿ ਵਧੀਆ ਕੰਟਰੀ ਜਾ ਰਹੇ ਆ ਜੀ, ਉੱਥੇ ਸਾਰੇ ਮੁਲਕ ਦੀ ਫੈਸਿਲਿਟੀ ਲਵਾਂਗੇ। ਪਰ ਤੁਸੀਂ ਜਾ ਕੇ ਉੱਥੇ ਜੇ 6ਵੇਂ ਮਹੀਨੇ ਬਾਅਦ ਹੀ ਇਲੀਗਲ ਹੋ ਗਏ ਤੇ ਸਾਰੀ ਫੈਸਿਲਿਟੀ ਤੇ ਗਈ। ਤੁਸੀਂ ਸਿਰਫ ਨੋਟ ਛਾਪਣ ਵਾਲੇ ਵੀ ਜਿਹੜੇ ਨੇ ਉਹ ਇਸ ਮਾਈਂਡਸੈਟ ਨਾਲ ਜਾਂਦੇ, 10-12 ਲੱਖ ਰੁਪਏ ਲਾਤੇ ਤੇ ਸਾਡਾ ਬੱਚਾ ਉੱਥੇ ਜਾ ਕੇ ਤੀਸਰੇ ਮਹੀਨੇ ਤੋਂ ਜੀ ਉੱਥੇ ਛਾਪੇਗਾ ਪਲੱਸ ਇੱਧਰੋਂ ਛਾਪ ਕੇ ਸਾਨੂੰ ਭੇਜੇਗਾ, ਰਾਈਟ। ਜਨਰਲੀ ਅੱਜ ਦੀ ਡੇਟ 'ਚ ਉਹ ਵੀ ਨਹੀਂ ਪੋਸੀਬਲ ਹੋ ਰਿਹਾ। ਤੁਸੀਂ ਜੇ ਇਲੀਗਲ ਹੋ ਜਾਂਦੇ ਹੋ ਨਾ, ਤੁਸੀਂ ਲੁਕ ਛੁਪ ਕੇ, ਪਹਿਲੀ ਗੱਲ ਤੇ ਵੇਜ ਰੇਟ ਹੀ ਤੁਹਾਨੂੰ ਅੱਧਾ ਦਿੰਦੇ ਹੋ। ਜੇ ਪਤਾ ਲੱਗ ਗਿਆ ਵੀ ਇਹ ਬੱਚਾ ਇਲੀਗਲ ਹੈ ਤੇ ਜਿਹਨੇ ਕੰਮ ਤੇ ਰੱਖਣਾ ਉਹਨੇ ਵੀ ਪੈਸੇ ਅੱਧੇ ਦੇਣੇ ਪਹਿਲਾਂ, ਕਿਉਂਕਿ ਤੁਸੀਂ ਡਿਮਾਂਡ ਕਰ ਨਹੀਂ ਸਕਦੇ ਲੀਗਲ ਰੇਟ, ਪਹਿਲੀ ਚੀਜ਼। ਦੂਸਰਾ, ਜੇ ਤੁਸੀਂ ਕਮਾ ਵੀ ਲੈਂਦੇ ਹੋ, ਉੱਥੇ ਦੇ ਜ਼ਿਆਦਾਤਰ ਇਲੀਗਲ ਬੱਚੇ ਫਿਰ ਕਮਾ ਕੇ ਕੀ ਕਰਦੇ ਨੇ, ਕਿਸੇ ਲਾਇਰ ਨੂੰ ਪੈਸੇ
50,000 ਫੜ, ਲੱਖ ਫੜ, ਮੈਨੂੰ ਕਿਸੇ ਤਰੀਕੇ ਨਾਲ ਮੈਨੂੰ ਨਾ ਲੀਗਲ ਕਰਾ ਦੇ, ਉਹ ਪੈਸਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ। ਸੋ ਸਰਕਾਰਾਂ ਬਹੁਤ ਸਿਆਣੀਆਂ ਨੇ, ਉਹ ਪੈਸਾ ਤੁਹਾਨੂੰ ਇਹ ਨਹੀਂ ਕਿ ਵੀ ਉੱਥੋਂ ਕਮਾ ਕੇ ਤੁਸੀਂ ਇੱਥੇ ਲੈ ਕੇ ਆ ਗਏ ਇੰਡੀਆ ਜਾਂ ਇੱਥੇ ਭੇਜ ਕੇ ਤੁਸੀਂ ਵਧੀਆ ਕਰ ਲਿਆ, ਉੱਥੇ ਦਾ ਪੈਸਾ ਉੱਥੇ ਹੀ ਰਹਿ ਜਾਂਦਾ ਹੈ ਜੇ ਤੁਸੀਂ ਇਲੀਗਲ ਹੋ। ਸੋ ਕਹਿਣ ਦਾ ਮਤਲਬ ਇਹ ਹੈ ਤੁਹਾਡਾ ਸੋਸ਼ਲ ਲਾਈਫ ਖਰਾਬ ਹੋ ਗਿਆ, ਤੁਹਾਡਾ ਆਪਣੇ ਪਰਿਵਾਰ ਵੱਲੋਂ ਖਰਾਬ ਹੋ ਗਿਆ, ਤੁਸੀਂ ਪੈਸੇ ਜਿਹੜੇ ਕਮਾਏ ਉੱਥੇ ਦੇ ਉੱਥੇ ਰਹਿ ਗਏ। ਸੋ ਉਹ ਤਰੱਕੀ ਨਹੀਂ ਹੈ। ਯਾਨੀ ਕਿ ਮਾਪੇ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਜ਼ਰੂਰੀ ਨਹੀਂ ਹੈ ਕਿ ਬੱਚੇ ਨੂੰ ਅਸੀਂ ਭੇਜ ਦਿੱਤਾ ਬਾਹਰ ਤਾਂ ਸਾਲ ਲਗਾ ਲਿੱਤਾ, ਉਸ ਤੋਂ ਬਾਅਦ ਪੈਸੇ ਭੇਜਣੇ ਸਾਨੂੰ ਸ਼ੁਰੂ ਕੀਤੇ ਜਾਣ। ਮਾਪਿਓ ਜੇ ਬੱਚੇ ਨੂੰ ਸਟੈਂਡ ਕਰਨਾ ਚਾਹੁੰਦੇ ਨੇ ਤਾਂ ਫਿਰ ਇਹ ਨਾ ਸੋਚਣ। ਜੀ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਜਨਰਲੀ ਕੰਟਰੀ ਜਦੋਂ ਸਿਲੈਕਟ ਕਰਦੇ ਨਾ ਸਾਡੇ ਕੋਲ ਆਉਂਦੇ ਆ, ਕਹਿੰਦੇ ਜੀ ਕੈਨੇਡਾ ਆਸਟ੍ਰੇਲੀਆ 'ਚ ਪੱਕੇ ਹੁੰਦੇ ਬੰਦੇ ਜਲਦੀ, ਤਾਂ ਅਸੀਂ ਆਪਣੇ ਬੱਚੇ ਨੂੰ ਉੱਥੇ ਭੇਜਣਾ ਚਾਹੁੰਦੇ ਹੋ। ਠੀਕ ਹੈ, ਗੱਲ ਠੀਕ ਹੈ। ਉੱਥੇ ਮਾਈਗ੍ਰੇਸ਼ਨ ਫਰੈਂਡਲੀ ਕੰਟਰੀਜ਼ ਨੇ, ਉਹਨਾਂ ਦੇ ਉੱਥੇ ਦੇ ਮਾਈਗ੍ਰੇਸ਼ਨ ਪਾਲਿਸੀਜ਼ ਇੱਦਾਂ ਦੀ ਬਣੀਆਂ ਕਿ ਸਟੂਡੈਂਟ ਆ ਕੇ ਉੱਥੇ ਕੁਝ ਸਮਾਂ ਬਾਅਦ ਪੱਕਾ ਹੋ ਸਕਦਾ ਹੈ। ਬਟ ਕਿਆ ਤੁਸੀਂ ਉਹ ਰੂਲਸ ਫੋਲੋ ਕਰ ਰਹੇ ਹੋ? ਤੁਸੀਂ ਸਟੂਡੈਂਟ ਵੀਜ਼ੇ ਤੇ ਭੇਜ ਤਾਂ ਰਹੇ ਹੋ, ਬਟ ਕਿਆ ਉਹਨੂੰ ਸਟੱਡੀ ਕਰਾ ਰਹੇ ਹੋ? ਜੇ ਸਟੱਡੀ ਨਹੀਂ ਕਰਾ ਰਹੇ ਤੇ ਉਹ ਸਾਰੀ ਪਲੈਨਿੰਗ ਜਿਹੜੀ ਕੰਸਲਟੈਂਟ ਨੇ ਇੱਥੇ ਦੱਸੀ ਹੈ ਨਾ ਤੁਹਾਨੂੰ ਕਹਾਣੀਆਂ, ਉਹ ਸਾਰੀਆਂ ਰਹਿ ਗਈਆਂ। ਸਮਝੋ, ਤੁਹਾਨੂੰ ਇਹ ਸਮਝਣ ਦੀ ਲੋੜ ਹੈ ਜਿਹੜਾ ਤੁਸੀਂ ਪਹਿਲੀ ਪੌੜੀ ਚੜ੍ਹ ਕੇ ਪਹੁੰਚ ਰਹੇ ਹੋ ਉੱਥੇ, ਜੇ ਉਹ ਪੌੜੀ ਨੂੰ ਤੋੜ ਦੂੰਗੇ, ਤੁਸੀਂ ਤੋੜ ਦੂੰਗੇ ਮਤਲਬ ਪੜ੍ਹਾਈ ਛਡਵਾ ਦੂੰਗੇ ਬੱਚੇ ਤੋਂ। ਐਂਡ ਉਹ ਪੜ੍ਹਾਈ ਛਡਵਾਉਣ ਦਾ ਕਾਰਨ ਹੀ ਬਣਦਾ ਹੈ ਕਿ ਤੁਸੀਂ ਪ੍ਰੋਪਰ ਬਜਟਿੰਗ ਕਰਕੇ ਬੱਚੇ ਦੇ 16-17 ਸਾਲ ਦਾ ਜਿਹੜਾ 12ਵੀਂ ਪਾਸ ਬੱਚਾ ਆ, ਤੁਸੀਂ ਉਹਦੇ ਸਿਰ ਤੇ 3 ਮਹੀਨੇ ਬਾਅਦ ਹੀ ਇਹ ਪ੍ਰੈਸ਼ਰ ਪਾ ਦੂੰਗੇ ਕਿ ਪੇਰੈਂਟਸ ਨੇ ਤਾਂ ਸਾਨੂੰ ਇਹ ਕਹਿ ਕੇ ਭੇਜਿਆ ਮਾਪਿਓ ਨੇ ਕਿ ਵੀ ਮੈਂ ਤੇਰੇ ਤੇ ਪੈਸੇ ਲਾਤੇ, ਹੁਣ ਨਾ ਮੇਰੇ ਤੋਂ ਮੰਗੀ। ਤੇ ਬੱਚਾ ਹਾਂ ਉੱਥੇ ਜਾ ਕੇ ਇੱਕ ਉਹ ਨਿਆਣਾ, ਠੀਕ ਹੈ, ਜਿਹਨੂੰ ਫਿਰ 8 ਲੱਖ ਰੁਪਏ ਫੀਸ ਖੜੀ ਹੈ, ਉਹਨੇ ਕਮਾਈ ਵੀ ਕਰਨੀ, ਕੱਪੜੇ ਵੀ ਆਪ ਧੋਣੇ, ਸਭ ਕੁਝ ਆਪਣਾ ਮੈਨੇਜ ਕਰਨਾ। ਜਿਹਨੇ ਇੱਥੇ ਡੱਕਾ ਨਹੀਂ ਤੋੜਿਆ, ਉੱਥੇ ਜਾ ਕੇ ਜਦੋਂ ਇਹ ਚੀਜ਼ਾਂ ਘੁੰਮ ਰਹੀਆਂ, ਉਹ ਤੇ ਫਿਰ ਸੌਖਾ ਡਿਸੀਜਨ ਹੀ ਲਊਗਾ ਨਾ, ਛੱਡਿਆ ਖੜਾ ਯਾਰ ਅਸੀਂ ਕਮਾਈ ਵੱਲ ਜਾਈਏ, ਇੰਨੀ ਟੈਨਸ਼ਨ ਨਹੀਂ ਲੈ ਹੁੰਦੀ, ਨਾ ਹੀ ਉਹ ਇੰਨਾ ਪ੍ਰਿਪੇਅਰਡ ਹੈ। ਤੁਸੀਂ ਇੱਧਰੋਂ ਪ੍ਰੈਸ਼ਰ ਪਾ ਰਹੇ ਹੋ ਉਹਦੇ ਤੇ। ਸੋ ਕਹਿਣ ਦਾ ਮਤਲਬ ਇਹ ਹੈ ਕਾਰਨ ਵੀ ਅਸੀਂ ਬਣਦੇ ਹਾਂ, ਪੇਰੈਂਟਸ ਹੀ ਬਣਦੇ ਆ ਆਪਣੇ ਬੱਚੇ ਨੂੰ ਖਰਾਬ ਕਰਨ ਦਾ। ਕਈ ਬੱਚੇ ਤੇ ਸੱਚਾਈ ਵੀ ਨਹੀਂ ਦੱਸਦੇ ਉੱਥੇ ਦੀ, ਆਪਣੇ ਪੇਰੈਂਟਸ ਨੂੰ ਨਹੀਂ ਦੱਸਦੇ ਕਿ ਮੇਰੇ ਨਾਲ ਕੀ ਹੋ ਰਿਹਾ, ਮੈਂ ਇਲੀਗਲ ਹੋ ਚੁੱਕਾ ਹਾਂ ਜਾਂ ਮੈਂ ਕੀ ਹੋ ਚੁੱਕਾ, ਮੈਂ ਕਿੱਥੇ ਕਿੱਥੇ ਪ੍ਰੋਬਲਮ 'ਚ ਹੈਗਾ ਆ। ਜਨਰਲੀ ਉਹ ਉਹਨਾਂ ਦੀ ਸੋਚ ਹੈ ਕਿ ਨਹੀਂ ਜੀ ਅਸੀਂ ਪੇਰੈਂਟਸ ਨੂੰ ਪਰੇਸ਼ਾਨ ਨਹੀਂ ਕਰਨਾ। ਬਟ ਪੇਰੈਂਟਸ ਨੂੰ ਇਹ ਸਮਝਣ ਦੀ ਲੋੜ ਹੈ ਸੱਚਾਈ ਉੱਥੇ ਦੀ। ਸੈਕੰਡ ਪਾਰਟ ਜਿਹਨੂੰ ਕਹਿੰਦੇ ਨਾ ਫਿਲਮ ਦਾ ਸੈਕੰਡ ਪਾਰਟ, ਉਹ ਵੀ ਦੇਖਣਾ ਜ਼ਰੂਰੀ ਹੈ। ਉਹਦੇ ਬਾਰੇ ਵੀ ਹੁਣ ਸੋਚਣਾ ਪੈਣਾ, ਬਿਕਾਜ਼ ਉੱਥੇ ਦੀਆਂ ਗਵਰਨਮੈਂਟਾਂ, ਤੁਸੀਂ ਸਿਰਫ ਇੰਨਾ ਸੋਚ ਕੇ ਕਿ ਵੀ ਬਾਰਡਰ ਟਪਾ ਦਿਓ ਆਸਟ੍ਰੇਲੀਆ ਕੈਨੇਡਾ ਦਾ, ਉਹ ਇਨਫ ਨਹੀਂ ਹੈ। ਤੁਹਾਨੂੰ ਜੇ ਸੋਚ ਕੇ ਭੇਜ ਰਹੇ ਹੋ ਕਿ ਉਹ ਪੱਕਾ ਵੀ ਹੋਵੇ, ਤੇ ਪਹਿਲਾਂ ਜਿਹੜਾ ਪੜ੍ਹਾਈ ਕੰਪਲੀਟ ਕਿਵੇਂ ਕਰੂਗਾ, ਉਹਦੇ ਲਈ ਮੈਂ ਬੱਚੇ ਨੂੰ ਕਿਵੇਂ ਸਪੋਰਟ ਕਰ ਸਕਦਾ। ਜੇ ਪੇਰੈਂਟਸ ਇਹਦਾ ਬਾਰੇ ਪੂਰਾ ਪਲੈਨਿੰਗ ਨਹੀਂ ਹੈ ਉਹਨਾਂ ਕੋਲ, ਤੇ ਵੇਟ ਕਰ ਲੈਣ, ਨਾ ਭੇਜਣ। ਜ਼ਿਆਦਾਤਰ ਚਾਹਵਾਨ ਕਿਹੜੀ ਕੰਟਰੀ ਵਿੱਚ ਜਾਣ ਨੂੰ ਨੌਜਵਾਨ ਕੁੜੀਆਂ ਮੁੰਡੇ? ਮੈਂ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਕੈਨੇਡਾ, ਆਸਟ੍ਰੇਲੀਆ, UK, ਨਿਊਜ਼ੀਲੈਂਡ, ਕੁਛ ਇੱਕ ਯੂਰਪੀਅਨ ਕੰਟਰੀਆਂ, USA, ਇਹ ਸਾਰੀਆਂ ਟੌਪ ਡੈਸਟੀਨੇਸ਼ਨ ਆਉਂਦੀਆਂ ਜਿੱਥੇ ਬੱਚੇ ਪੜ੍ਹਨ ਵਾਸਤੇ ਜਾਂਦੇ ਆ। ਜੇ ਆਪਾਂ ਪੂਰੇ ਇੰਡੀਆ ਦੀ ਲੈਵਲ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਤਾਂ ਚਲੋ ਕੈਨੇਡਾ ਮਸ਼ਹੂਰ ਹੈ, ਆਸਟ੍ਰੇਲੀਆ ਮਸ਼ਹੂਰ ਹੈ, UK ਮਸ਼ਹੂਰ ਹੈ। ਜੇ ਆਪਾਂ ਆਊਟ ਆਫ ਪੰਜਾਬ ਦੀ ਗੱਲ ਕਰੀਏ, ਪੂਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਹੀ USA ਜਾਂਦਾ ਹੈ। ਟੌਪ ਡੈਸਟੀਨੇਸ਼ਨ ਹੈ USA। ਸਿਰਫ ਪੰਜਾਬ ਨੂੰ ਨਹੀਂ ਪਤਾ, ਬਟ ਜੇ ਡੇਟਾ ਵਾਈਜ਼ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਇੰਡੀਆ ਦਾ ਬੱਚਾ USA ਜਾਂਦਾ ਹੈ, ਅਮਰੀਕਾ ਜਿਹਨੂੰ ਕਹਿੰਦੇ ਆ। ਸੋ ਇਹ ਸਾਰੀਆਂ ਕੰਟਰੀਆਂ ਫਿਲਹਾਲ ਜਿਹੜਾ ਮੈਂ ਗੱਲ ਕਰਾਂ ਬਾਰਡਰ ਰਿਸਟ੍ਰਿਕਸ਼ਨਸ ਕਰਕੇ ਜਾਂ ਕੁਝ ਵੀ ਹੈ, ਪ੍ਰੋਸੈਸ ਸਲੋ ਹੋਣ ਕਰਕੇ ਫਿਲਹਾਲ ਕੈਨੇਡਾ ਥੋੜਾ ਜਿਹਾ ਠੰਡਾ ਪਿਆ ਹੋਇਆ ਹੈ। ਆਸਟ੍ਰੇਲੀਆ ਠੀਕ ਹੈ, ਉਹ ਵੀ ਥੋੜਾ ਐਵਰੇਜ ਚੱਲ ਰਿਹਾ ਹੈ। UK ਕਾਫੀ ਇਸ ਟਾਈਮ ਵੀਜ਼ਾਸ ਦੇ ਰਿਹਾ ਹੈ। ਸੋ ਅਸੀਂ ਦੇਖੋ ਕੰਟਰੀ ਸਪੈਸੀਫਿਕ ਕਹਿ ਕੇ ਵੀ ਇਹ ਵਧੀਆ ਹੈ ਘਟੀਆ ਹੈ ਇੱਦਾਂ ਨਹੀਂ। ਐਜ਼ ਅ ਯੂਨੀਸਮਾਰਟਰ ਸਟੱਡੀ ਹਬ ਰਿਪਰੈਜ਼ੈਂਟੇਟਿਵ ਸਾਡੇ ਕੋਲ ਜੋ ਅੱਛੀ ਸਟੱਡੀ ਡੈਸਟੀਨੇਸ਼ਨ ਆਪਸ਼ਨਸ ਆਉਣਗੀਆਂ, ਅਸੀਂ ਉਹਨੂੰ ਪ੍ਰਮੋਟ ਕਰਾਂਗੇ ਜਿਹਦੇ ਵਿੱਚ ਪੜ੍ਹਾਈ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਮਾਈਗ੍ਰੇਸ਼ਨ ਨੂੰ ਜਾਂ ਬਾਰਡਰ ਕ੍ਰਾਸਿੰਗ ਨੂੰ ਅਸੀਂ ਨਹੀਂ ਪ੍ਰਮੋਟ ਕਰ ਰਹੇ। ਯੂਨੀਸਮਾਰਟ ਦਾ ਮਕਸਦ ਹੈ ਕਿ ਬੱਚਾ ਜਿਹੜੀ ਮਰਜ਼ੀ ਕੰਟਰੀ ਅਸੀਂ ਭੇਜੀਏ, ਉੱਥੇ ਜਾ ਕੇ ਸੈਟਲਮੈਂਟ ਹੋ ਜਾਵੇ, ਸੈਟਲਮੈਂਟ ਸਟੱਡੀ ਕਰਕੇ, ਸਟੱਡੀ ਕੰਪਲੀਟ ਕਰਕੇ। ਸਾਡਾ ਮੋਟਿਵ, ਅਸੀਂ ਜਿਵੇਂ ਇਨਟੇਕ ਵੀ 5 ਇਨਟੇਕ ਚਲਾਏ ਆ। ਯੂਨੀਸਮਾਰਟਰ ਦਾ ਇੱਕ ਹੋਰ ਬੈਨੀਫਿਟ ਹੈ, ਜਨਰਲੀ ਇਨਟੇਕ ਮਿਸ ਹੁੰਦੇ ਹੀ ਨਾਲ ਹੀ 6 ਮਹੀਨੇ ਦਾ ਗੈਪ ਪੈ ਜਾਂਦਾ, ਯਾਰ ਹੁਣ ਅਗਲੇ 6 ਮਹੀਨੇ ਬਾਅਦ ਹੀ ਐਡਮਿਸ਼ਨ ਹੋਣੀ ਹੈ। ਯੂਨੀਸਮਾਰਟਰ ਦੇ ਵਿੱਚ ਇਦਾਂ ਨਹੀਂ ਹੈ, ਹਰ ਦੂਸਰੇ ਮਹੀਨੇ ਇਨਟੇਕ ਹੈ। ਲਾਈਕ ਪੂਰੇ ਸਾਲ 'ਚ 5 ਇਨਟੇਕ ਨੇ। ਬੱਚਾ ਜਦ ਵੀ ਆਏਗਾ ਉਹਦੇ ਮਹੀਨੇ ਬਾਅਦ ਉਹਦੀ ਕਲਾਸਾਂ ਹੋਣਗੀਆਂ। ਹੁਣ ਅਸੀਂ ਜਿਹੜਾ 4 ਨਵੰਬਰ ਨੂੰ ਇਵੈਂਟ ਕੀਤਾ, ਉਹਦੇ ਵਿੱਚ ਜੇ ਬੱਚੇ ਆਉਣਗੇ 22 ਨਵੰਬਰ ਨੂੰ ਇਨਟੇਕ ਸ਼ੁਰੂ ਹੋ ਰਿਹਾ, ਉਹਦੇ ਵਾਸਤੇ ਬੱਚਾ ਐਨਰੋਲ ਹੋ ਸਕਦਾ ਸਾਡੇ ਕੋਲ। ਸੋ ਮੈਂ ਦੱਸਿਆ ਜਿਵੇਂ 12 ਲੱਖ ਰੁਪਏ ਦੀ ਜੇ ਕਿਸੇ ਨੂੰ ਸਪੋਰਟ ਮਿਲ ਜਾਏ ਨਾ ਆਪਣੇ ਖਰਚੇ ਦੇ ਵਿੱਚ, ਉਹ ਬੜੇ ਆਰਾਮ ਨਾਲ, ਕਈ ਪੇਰੈਂਟਸ ਹੁੰਦੇ ਆ ਜਿਨ੍ਹਾਂ ਨੂੰ ਥੋੜਾ ਜਿਹਾ ਸਪੋਰਟ ਦੀ ਲੋੜ ਹੁੰਦੀ ਹੈ ਤੇ ਉਹ 3 ਸਾਲ ਦਾ ਅਫੋਰਡ ਕਰ ਸਕਦੇ ਨੇ। ਅਸੀਂ ਉਹੋ ਜਿਹੇ ਪੇਰੈਂਟਸ ਦੀ ਹੈਲਪ ਕਰਨਾ ਚਾਹੁੰਦੇ ਹਾਂ। ਅਸੀਂ ਉਹੋ ਜਿਹੇ ਪੇਰੈਂਟਸ ਨੂੰ ਨਹੀਂ ਕਹਿ ਰਹੇ ਜਿਨ੍ਹਾਂ ਕੋ ਇੱਥੇ ਨਹੀਂ ਹੈਗਾ ਤੇ ਫਿਰ ਵੀ ਉਹ ਬਾਹਰ ਭੇਜਣਾ ਚਾਹੁੰਦੇ ਆ। ਬਾਹਰ ਭੇਜ ਕੇ ਫਿਰ ਬੱਚਾ ਉੱਥੇ ਰੁਲੇਗਾ ਹੀ ਜੇ ਇੱਦਾਂ ਦੇ ਔਖੇ ਸੌਖੇ। ਮੈਂ ਉਹਨਾਂ ਪੇਰੈਂਟਸ ਦੀ ਗੱਲ ਕਰ ਰਿਹਾ ਜਿਹੜੇ ਤੇ ਉਸ ਮਾਰਜਨ ਦੇ ਵਿੱਚ ਨੇ ਕਿ ਥੋੜਾ ਜਿਹਾ ਸਾਨੂੰ 10-12 ਲੱਖ ਰੁਪਏ ਦੀ ਸਪੋਰਟ ਮਿਲ ਜੇ, ਕਿ ਘੱਟ ਜੇ ਫੀਸ ਜਾਂ ਕਿਤੇ ਸਕਾਲਰਸ਼ਿਪ ਮਿਲ ਜੇ ਤੇ ਅਸੀਂ ਬੱਚੇ ਨੂੰ 3 ਸਾਲ ਦੇ ਬਜਟ ਲਾ ਕੇ ਭੇਜ ਸਕਦੇ ਹਾਂ। ਅਸੀਂ ਉਹਨਾਂ ਪੇਰੈਂਟਸ ਨੂੰ ਅਪੀਲ ਕਰਦੇ ਹਾਂ ਕਿ ਇਹ ਯੂਨੀਸਮਾਰਟਰ ਸਟੱਡੀ ਹਬ ਦਾ ਪ੍ਰੋਗਰਾਮ ਬਹੁਤ ਅੱਛਾ ਉਹਨਾਂ ਲਈ।
ਸੋ ਬਹੁਤ-ਬਹੁਤ ਧੰਨਵਾਦ। ਪੰਜਾਬ ਦੇ ਜਿਹੜੇ ਲੋਕ ਨੇ ਹੁਣ ਘਬਰਾਉਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ, ਕਿਉਂਕਿ ਜ਼ਿਆਦਾਤਰ ਜਿਹੜੇ ਪਰਿਵਾਰਿਕ ਮੈਂਬਰ ਹੁੰਦੇ ਉਹਨਾਂ ਦੇ ਹੱਥਾਂ ਵਿੱਚ ਨੋਟ ਤੇ ਫੜੇ ਹੁੰਦੇ ਨੇ, ਪਰ ਉਹਨਾਂ ਨੂੰ ਫਿਰ ਵੀ ਡਰ ਸਤਾਉਂਦਾ ਹੈ ਕਿ ਕਿਤੇ ਸਾਡਾ ਬੱਚਾ ਬਾਹਰ ਜਾ ਕੇ ਕਿਸੇ ਤੰਗੀ ਦਾ ਸਾਹਮਣਾ ਨਾ ਉਹਨੂੰ ਕਰਨਾ ਪਏ, ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਲਗਾਤਾਰ ਕੁਝ ਇਸ ਤਰ੍ਹਾਂ ਦੀਆਂ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਜਿਹੜੀਆਂ ਸ਼ਰਮਿੰਦਾ ਕਰਦੀਆਂ ਨੇ ਕਿ ਜੇਕਰ ਅਸੀਂ 2 ਨੰਬਰ ਦੇ ਵਿੱਚ ਆਪਣੇ ਬੱਚੇ ਨੂੰ ਭੇਜਿਆ ਤਾਂ ਉਸ ਤੋਂ ਬਾਅਦ ਮਾਂ-ਬਾਪ ਜਿਹੜੇ ਨੇ ਉਹ ਪੰਜਾਬ ਬੈਠੇ ਰੋਂਦੇ ਨੇ ਤਾਂ ਬੱਚਾ ਉੱਥੇ ਰੋਂਦਾ। ਪਰ ਹੁਣ ਜਿਹੜਾ ਇੱਕ ਖਾਸ ਉਪਰਾਲਾ ਯੂਨੀਸਮਾਰਟ ਵੱਲੋਂ ਕੀਤਾ ਗਿਆ ਤਾਂ ਉਹਦੇ ਵਿੱਚ ਤੁਸੀਂ ਸ਼ਮੂਲੀਅਤ ਜ਼ਰੂਰ ਕਰੋ, ਜ਼ਰੂਰ ਇੱਥੇ ਪਹੁੰਚੋ ਤਾਂ ਜੋ ਤੁਹਾਡਾ ਬੱਚਾ ਬਿਲਕੁਲ ਸੇਫ ਤਰੀਕੇ ਦੇ ਨਾਲ ਹਰ ਕੰਟਰੀ ਦੇ ਵਿੱਚ ਪਹੁੰਚ ਸਕੇ। ਕੈਮਰਾਮੈਨ ਸੰਦੀਪ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।